रेडियो इंडिया KRPA 1110 AM ਦੇ ਸਰੋਤਿਆਂ ਨੂੰ ਸੁਖਜੀਤ ਮੰਗਟ ਵੱਲੋਂ ਸਤਿ ਸ਼੍ਰੀ ਅਕਾਲ, ਗੁੱਡ ਮਾਰਨਿੰਗ। 14 ਮਾਰਚ 2022 ਤੇ ਪ੍ਰੋਗਰਾਮ ਪੰਜਾਬੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ। ਇਹ ਪ੍ਰੋਗਰਾਮ ਹਫਤੇ ਦੇ 5 ਦਿਨ ਤੁਹਾਡੇ ਲਈ ਪੇਸ਼ ਕੀਤਾ ਜਾਂਦਾ, ਮੰਡੇ ਟੂ ਫਰਾਈਡੇ। ਇਹ ਪ੍ਰੋਗਰਾਮ ਡਾਕਟਰ ਸ਼ਿੰਦਰ ਪੁਰੇਵਾਲ ਤੇ ਮੇਰੇ ਵੱਲੋਂ ਆਪ ਸਭ ਦੇ ਲਈ ਪੇਸ਼ ਕੀਤਾ ਜਾਂਦਾ ਹੈ। इस प्रोग्राम दे विच असीं गलबात करदे हां उन्हां खबरां दी जिहड़ियां साडे आले दुआले वापरदियां ने। डॉक्टर साहब स्वागत है जी तुहाडा प्रोग्राम च। गुड मॉर्निंग ते खबरां दी शुरुआत आपां करदे हां कैनेडा दे हैल्थ केयर सिस्टम तो। 75% लोकां दा मन्नना कि हैल्थ केयर सिस्टम दे विच तब्दीलियां दी लोड़ आ। ਪੈਂਡੈਮਿਕ ਦੇ ਦੌਰਾਨ ਹੈਲਥ ਕੇਅਰ ਸਿਸਟਮ ਦੀਆਂ ਬਹੁਤ ਸਾਰੀਆਂ ਜਿਹੜੀਆਂ ਖਾਮੀਆਂ ਨੇ, ਕਮਜ਼ੋਰੀਆਂ ਨੇ, ਉਹ ਲੋਕਾਂ ਦੇ ਸਾਹਮਣੇ ਆਈਆਂ। ਦੇਖੋ, ਜਦੋਂ ਕਹਿੰਦੇ ਹੁੰਦੇ ਲੋੜ ਪਏ ਤੇ ਪਤਾ ਲੱਗਦਾ ਨਾ ਸਾਨੂੰ ਕਿਹੜੀ ਚੀਜ਼ ਦੀ ਜ਼ਰੂਰਤ ਹੈ ਜੀ। ਹੁਣ ਸਾਰਿਆਂ ਦਾ ਜਿਹੜੀ ਕਨਸੈਂਟਰੇਸ਼ਨ ਹੋਈ ਆ ਉਹ ਇਸ ਇਸ਼ੂ ਤੇ ਹੋਈ ਆ ਕਿ ਹਸਪਤਾਲਾਂ ਦੀ ਲੋੜ ਪਈ ਆ, ਡਾਕਟਰਾਂ ਦੀ ਲੋੜ ਪਈ ਆ। ਸਾਡੀਆਂ ਸਿਹਤ ਸੇਵਾਵਾਂ ਨੂੰ ਹੁਣ ਟੈਸਟ ਕੀਤਾ ਗਿਆ। ਹਾਂਜੀ, ਜਿਹੜੀ ਚੀਜ਼ ਬਾਰੇ ਪਹਿਲਾਂ ਹੀ ਜਿਹੜੇ ਸਿਹਤ ਵਿਗਿਆਨੀ ਸੀ ਜਾਂ ਜਿੰਨੀਆਂ ਵੀ ਸਟੱਡੀਜ਼ ਹੋਈਆਂ ਉਹਨਾਂ ਨੇ ਗੱਲਾਂ ਕੀਤੀਆਂ, ਉਹਨਾਂ ਗੱਲਾਂ ਨੂੰ ਇਗਨੋਰ ਕੀਤਾ ਗਿਆ। ਤੇ ਹੁਣ ਤੁਸੀਂ ਕਹ ਲਓ ਤੀਜਾ ਹਿੱਸਾ, ਚੌਂ ਤੀਜਾ ਹਿੱਸਾ 75% ਲੋਕੀ ਕਹਿੰਦੇ ਵੀ ਟੁੱਟ ਗਿਆ ਸਿਸਟਮ। ਐਵੇਂ ਹੀ ਨਾ ਕਹੀ ਜਾਓ ਕਿ ਅਸੀਂ ਵਧੀਆ ਸਿਸਟਮ 'ਚ ਰਹਿੰਦੇ। ਮੈਨੂੰ ਯਾਦ ਆਉਂਦਾ ਵੋਲਟੇਅਰ ਹੁੰਦੇ ਸੀ ਇਨਲਾਈਟਨਮੈਂਟ ਫਿਲਾਸਫਰ ਆਪਣੇ ਫਰਾਂਸ ਦੇ। ਉਹਨਾਂ ਨੇ ਕਿਤਾਬ ਲਿਖੀ ਹੈ ਕੈਂਡੀਡ। ਉਹ ਕੈਂਡੀਡ ਨੂੰ ਜਿੱਦਾਂ ਸਾਡੇ ਹੈਲਥ ਕੇਅਰ ਬੱਚਿਆਂ ਨੂੰ ਸਿਖਾਇਆ ਜਾਂਦਾ ਸੀ ਬੈਸਟ ਇਨ ਦੀ ਵਰਲਡ ਜੀ, ਤੇ ਉਹ ਉਹਨੂੰ ਸਿਖਾਇਆ ਸੀ ਵੀ ਜਿਹੜੇ ਸਿਸਟਮ 'ਚ ਤੂੰ ਰਹਿ ਰਿਹਾ ਇਹ ਸਿਸਟਮ ਸਭ ਤੋਂ ਦੁਨੀਆ 'ਚੋਂ ਵਧੀਆ ਸਿਸਟਮ ਹੈ। ਔਰ ਫਿਰ ਉਹ ਸਾਰੀ ਕਿਤਾਬ ਪੜ੍ਹੋ, ਹਰ ਮੂਵਮੈਂਟ ਤੇ ਹਰ ਚੀਜ਼ ਤੇ ਉਹ ਸਭ ਕੁਛ ਆਲੇ ਦੁਆਲੇ ਉਹਦੇ ਢਹਿ ਹੀ ਹੋ ਰਿਹਾ। ਪਰ ਉਹ ਅਖੀਰ 'ਚ ਹਾਲੇ ਵੀ ਕਹਿੰਦਾ ਸਭ ਕੁਛ ਉਹਦਾ ਤਬਾਹ ਹੋ ਗਿਆ। ਉਹ ਕਹਿੰਦਾ ਮੈਨੂੰ ਲੱਗਦਾ ਮੈਂ ਸਾਰੀ ਦੁਨੀਆ 'ਚੋਂ ਵਧੀਆ ਜਗ੍ਹਾ ਤੇ ਰਹਿਣਾ। ਤੇ ਇਹ ਗੱਲ ਨੂੰ ਤੁਸੀਂ ਨੋਟਿਸ ਕੀਤਾ ਕਿ ਕੈਂਡੀਡ ਵਾਂਗੂ ਕੈਨੇਡੀਅਨ ਲੋਕੀ ਵੀ ਅਜੇ ਤੱਕ ਜਿਹੜੇ ਕਹਿੰਦੇ ਹੋਣੇ 25% ਤਾਂ ਕਹਿੰਦੇ ਹੋਣੇ ਆ ਕਿ ਅਸੀਂ ਬੈਸਟ ਆਫ ਦੀ ਆਲ ਪੋਸੀਬਲ ਵਰਲਡ 'ਚ ਰਹਿੰਦੇ। ਹਾਂਜੀ, ਕਿ ਇਦੋਂ ਵਧੀਆ ਦੁਨੀਆ 'ਚ ਸਿਸਟਮ ਹੀ ਕੋਈ ਨਹੀਂ। ਤੁਸੀਂ ਸਾਡੀ ਕਮਿਊਨਿਟੀ ਦੇ ਵਿੱਚੋਂ ਹੀ ਦੇਖੋ, ਹੁਣ ਯੂਕਰੇਨ ਦੇ ਵਿੱਚ ਬੱਚੇ ਗਏ ਨਾ ਉੱਥੇ ਪੜ੍ਹਨ। ਹਾਂਜੀ, ਅਸੀਂ ਇੰਡੀਆ ਦੇ ਸਿਸਟਮ ਨੂੰ ਜੁੱਤੀਆਂ ਲਾ ਕੇ ਮਾਰਦੇ ਹਮੇਸ਼ਾ। ਤੇ 4 ਬੰਦੇ ਇਕੱਠੇ ਹੋ ਜਾਣ ਉਦੋਂ ਹੀ ਕਹਿਣ ਲੱਗ ਪੈਂਦੇ ਜੀ ਉੱਥੇ ਮੈਡੀਕਲ ਦੇਖੋ ਸਟੂਡੈਂਟਸ ਵਿਚਾਰੇ ਸਟੱਡੀ ਨਹੀਂ ਕਰ ਸਕਦੇ, ਉੱਥੇ ਗਏ ਆ। ਕਦੇ ਇਹ ਸੋਚਿਆ ਕਿ ਇੱਥੋਂ ਸਾਡੇ ਬੱਚਿਆਂ ਨੂੰ ਮੈਡੀਕਲ ਸਕੂਲਾਂ ਦੇ ਵਿੱਚ ਐਡਮਿਸ਼ਨ ਨਹੀਂ ਮਿਲਦੀ? ਇਹ ਕੈਰੀਬੀਅਨ 'ਚ ਜਾਂਦੇ ਆ, ਆਇਰਲੈਂਡ ਜਾਂਦੇ ਆ, ਈਵਨ ਮਨੀਪੁਰ ਜਾਂਦੇ ਆ ਉੱਥੇ ਇੰਡੀਆ ਦੇ ਵਿੱਚ ਜੀ। ਇਹ ਹਰੇਕ ਸਾਲ ਦੇ ਵਿੱਚ ਇੱਥੋਂ ਬਿਲੀਅਨਸ ਆਫ ਡਾਲਰਸ ਕੈਨੇਡੀਅਨਸ ਦਾ ਖਰਚਾ ਆਉਂਦਾ ਆ ਬਾਹਰਲੇ ਦੇਸ਼ਾਂ ਦੇ ਵਿੱਚ ਸਟੱਡੀ ਕਰਨ ਦਾ। ਕਈ ਉਹਨਾਂ 'ਚੋਂ ਮੁੜ ਕੇ ਆ ਜਾਂਦੇ ਨੇ, ਕਈ US ਦੇ ਵਿੱਚ ਸੈਟਲ ਹੋ ਜਾਂਦੇ ਨੇ। ਫਿਰ ਬਿਲਕੁਲ ਛੋਟੇ ਜਿਹੜੇ ਟਾਊਨ ਆ ਉੱਥੇ ਕੋਈ ਡਾਕਟਰ ਨਹੀਂ ਮਿਲਦਾ ਉਹਨਾਂ ਨੂੰ। ਉਹ ਅੱਜ ਦੇ ਨਹੀਂ ਬਹੁਤ ਦੇਰ ਦੇ ਰੌਲਾ ਪਾ ਰਹੇ ਕਿ ਸਾਡੇ ਕੋਲ ਬੇਸਿਕ ਜਿਹੜੀ ਗੱਲ ਹੋਣੀ ਚਾਹੀਦੀ ਅੱਜ ਕੱਲ੍ਹ ਮਾਡਰਨ ਸੁਸਾਇਟੀ ਦੇ ਵਿੱਚ। ਪੁਰਾਣੇ ਜ਼ਮਾਨਿਆਂ ਦੇ ਵਿੱਚ ਵੀ ਕੋਈ ਵੈਦ ਹਕੀਮ ਹੁੰਦਾ ਸੀ ਜਿਹਦੇ ਕੋਲ ਲੋਕੀ ਚਲ ਜਾਂਦੇ ਸੀ। ਹੁਣ ਇੱਕ ਕੁਛ ਸਾਡੇ ਕੋਲ ਸ਼ਹਿਰ ਆ ਜਿੱਥੇ ਕੋਈ ਵੀ ਡਾਕਟਰ ਹੈ ਨਹੀਂ। ਫਿਰ ਕੁਛ ਲੋਕ ਆ ਜਿਨ੍ਹਾਂ ਦੇ ਕੋਲ ਫੈਮਿਲੀ ਡਾਕਟਰ ਹੈ ਨਹੀਂ। ਜੇ ਉਹ ਕਲੀਨਿਕ ਜਾਂਦੇ ਆ ਤੇ ਜਾਂਦੇ ਆ, ਨਹੀਂ ਤਾਂ ਉਹਨਾਂ ਦੇ ਕੋਲ ਇਦਾਂ ਦਾ ਬੰਦਾ ਨਹੀਂ ਜਿਹੜਾ ਉਹਨਾਂ ਦੀ ਕੋਈ ਫੈਮਿਲੀ ਹਿਸਟਰੀ ਲੈ ਕੇ ਬੈਠਾ ਹੋਵੇ। ਜਿੱਦਾਂ ਮੈਂ ਡਾਕਟਰ ਦੇ ਕੋਲ ਜਾਂਦਾ, ਤੁਸੀਂ ਜਾਂਦੇ ਹੋਣੇ ਆ, ਉਸ ਡਾਕਟਰ ਦੇ ਕੋਲ ਮੇਰਾ ਕਈ ਸਾਲਾਂ ਦਾ ਰਿਕਾਰਡ ਪਿਆ। ਹਾਂਜੀ, ਉਹ ਫਿਰ ਪਿਛਲੀਆਂ ਦੇਖ ਲੈਂਦਾ ਵੀ ਪਿੱਛੇ ਇਹਨੂੰ ਕੀ ਦਿੱਤਾ ਸੀ। ਕਿਉਂਕਿ ਜਿਹੜੇ ਡਾਕਟਰ ਵੀ ਆ ਤਾਂ ਇਹ ਵੀ ਤਾਂ ਐਕਸਪੈਰੀਮੈਂਟ ਹੀ ਕਰਦੇ ਆ। ਉਦਾਂ ਵੈਸੇ ਇਹ ਤੁਹਾਨੂੰ ਪਹਿਲਾਂ ਇੱਕ ਦਵਾਈ ਦੇ ਦੇਣਗੇ, ਫਿਰ ਦੂਸਰੀ ਦੇ ਦੇਣਗੇ, ਟਰਾਈ ਕਰਦੇ ਹੁੰਦੇ ਆ ਕਿ ਚੱਲ ਆਹ ਦੇਖ ਲੈਂਦੇ ਆ ਦੇਖੇ, ਰਾਈਟ। ਤੇ ਇੱਕ ਹੋਰ ਵੱਡੀ ਗੱਲ ਹੈ ਜਿਹੜੀ ਅਮਰੀਕਾ ਤੇ ਕੈਨੇਡਾ ਦੀ ਤੁਲਨਾ ਕੀਤੀ ਜਾਂਦੀ ਸੀ, ਉਹ ਇਹ ਕੀਤੀ ਜਾਂਦੀ ਕਿ ਜਿਹੜੇ ਫੈਕਲਟੀ ਆ ਮੈਡੀਕਲ ਫੈਕਲਟੀ ਆ, ਜਿਹੜੇ ਪ੍ਰੋਫੈਸਰ ਇਹਨਾਂ ਡਾਕਟਰਾਂ ਨੂੰ ਪੜ੍ਹਾਉਂਦੇ ਆ, ਉਹਨਾਂ ਦੇ ਵਿੱਚ ਬਹੁਤ ਸਾਰੀਆਂ ਫਾਰਮਾਸਿਊਟੀਕਲ ਕੰਪਨੀਆਂ ਜਿਨ੍ਹਾਂ ਨੂੰ ਸਸਤੀ ਤੋਂ ਸਸਤੀ ਰਿਸਰਚ ਜਿਹੜੀ ਆ
ਯੂਨੀਵਰਸਿਟੀ 'ਚ ਪੜ੍ਹਾਉਂਦੇ ਪ੍ਰੋਫੈਸਰਸ ਕੋਲੋਂ ਮਿਲਦੀ ਆ, ਕਿਉਂਕਿ ਉਹਨਾਂ ਦੇ ਕੋਲ ਲੈਬਸ ਹੁੰਦੀਆਂ, ਲੈਬਸ ਪੇਡ ਆਫ ਹੁੰਦੀਆਂ, ਗੌਰਮੈਂਟ ਨੇ ਦਿੱਤੀਆਂ ਸਾਨੂੰ। ਉਹਨਾਂ ਦੇ ਵਿੱਚ PhD ਸਟੂਡੈਂਟਸ ਹੁੰਦੇ ਆ ਉਹਨਾਂ ਦੇ ਕੋਲ, ਜਿਹੜੀ ਤੁਸੀਂ ਕਹ ਲਓ ਚੀਪ ਲੇਬਰ ਆ, ਉਹ ਉੱਦਾਂ PhD ਮਿਲਦਾ ਵੈਸੇ। ਉਹਨਾਂ ਨੇ ਸਟੂਡੈਂਟ ਹੁੰਦੇ, ਉਹ ਕਰੀ ਜਾਂਦੇ ਵਿਚਾਰੇ। ਤੇ ਇਹ ਫਾਰਮਾਸਿਊਟੀਕਲ ਇੰਡਸਟਰੀ ਦੀ ਬਹੁਤ ਸਾਰੀ ਰਿਸਰਚ ਜਿਹੜੀ ਆ ਉਹ ਯੂਨੀਵਰਸਿਟੀ 'ਚ ਹੁੰਦੀ ਆ, ਜਿੱਥੋਂ ਕਿ ਉਹ ਬਹੁਤ ਚੀਪਲੀ ਉਹ ਰਿਸਰਚ ਕਰਾਉਂਦੇ ਆ। US ਦੇ ਵਿੱਚ ਜਿਹੜੀ ਸਾਇੰਟਿਸਟ ਦੀ ਲੌਬੀ ਆ, ਉਹਨਾਂ ਨੇ ਇੱਕ ਗੱਲ ਮਨਾਤੀ, ਕਾਂਗਰਸ ਨੂੰ ਕਹਾਤਾ ਕਿ ਜੇ ਕਿਸੇ ਪ੍ਰੋਫੈਸਰ ਨੂੰ ਕੋਈ ਫਾਰਮਾਸਿਊਟੀਕਲ ਇੰਡਸਟਰੀ ਰਿਸਰਚ ਲਈ ਫੰਡਿੰਗ ਦਿੰਦੀ ਆ ਤਾਂ ਉਹ ਮੈਡੀਕਲ ਫੈਕਲਟੀ 'ਚ ਪੜ੍ਹਾ ਨਹੀਂ ਸਕਦਾ, ਕਿਉਂਕਿ ਉਹਨੇ ਜੇ ਫਾਈਜ਼ਰ ਦਾ ਫਾਰ ਐਗਜ਼ਾਮਪਲ ਹੋਵੇ, ਮੈਂ ਮਿਸਾਲ ਹੀ ਦੇ ਰਿਹਾ, ਹਾਂਜੀ, ਤਾਂ ਉਹਨੇ ਫਿਰ ਫਾਈਜ਼ਰ ਦੀਆਂ ਹੀ ਗੋਲੀਆਂ ਪ੍ਰਮੋਟ ਕਰਨੀਆਂ। ਜੀ ਬਿਲਕੁਲ। ਜਿਹੜਾ ਬੰਦਾ ਜਿਹਦੇ ਕੋਲੋਂ ਪੈਸੇ ਲੈ ਰਿਹਾ ਉਹਦੀ ਗੱਲ ਨੂੰ ਪ੍ਰਮੋਟ ਕਰੂਗਾ। ਬਿਲਕੁਲ ਜੀ। ਤੇ ਉਹ ਕਹਿੰਦੇ ਵੀ ਉਹਦਾ ਅਸਰ ਇਹ ਹੁੰਦਾ ਕਿ ਜਿਹੜੇ ਸਟੂਡੈਂਟਸ ਆ ਉਹ ਸੁਣ ਕੇ ਚੱਲ ਜਾਂਦੇ ਵੀ ਸਾਡੇ ਮੈਡੀਕਲ ਪ੍ਰੋਫੈਸਰ ਨੇ ਆਹ ਕਿਹਾ ਸੀ, ਇਹੀ ਦਵਾਈ ਦੇਣੀ ਹੈ ਗਾਹਾਂ। ਸੋ ਇਹਦਾ ਮਤਲਬ ਇਨਡਾਇਰੈਕਟਲੀ ਉਹਨਾਂ ਨੂੰ ਫਾਇਦਾ ਹੋ ਰਿਹਾ ਫਾਰਮਾਸਿਊਟੀਕਲ ਇੰਡਸਟਰੀ ਨੂੰ, ਤਾਂ ਹੀ ਕਰਕੇ ਤਾਂ ਫਿਰ ਉਹ ਫੰਡਿੰਗ ਕਰਨਗੇ। ਪਰ ਕੈਨੇਡਾ ਦੇ ਵਿੱਚ ਨਹੀਂ ਹੈ। ਕੈਨੇਡਾ ਦੇ ਵਿੱਚ ਜੇ ਪ੍ਰੋਫੈਸਰ ਕੋਈ ਫਾਰਮਾਸਿਊਟੀਕਲ ਇੰਡਸਟਰੀ ਤੋਂ ਪੈਸੇ ਲੈ ਕੇ ਰਿਸਰਚ ਕਰਦਾ, ਉਹ ਕਰ ਸਕਦਾ ਹੈ। ਇਹ ਵੀ ਵੱਡੀ ਗੱਲ ਹੈ, ਇਹ ਬਹੁਤ ਵੱਡੀ ਗੱਲ ਹੈ, ਜਿਹੜੀ ਇਹ ਛੋਟੀ ਜਿਹੀ ਗੱਲ ਨਹੀਂ ਹੈ। ਉਸ ਕੰਪਨੀ ਵੱਲੋਂ ਉਹ ਆਪਣੇ ਬੱਚਿਆਂ ਨੂੰ, ਸਟੂਡੈਂਟਸ ਨੂੰ ਕੀ ਪੜ੍ਹਾਉਂਦਾ ਹੋਣਾ, ਇਹੀ ਦੱਸਦਾ ਹੋਣਾ ਕਿ ਫਾਰਮਾਸਿਊਟੀਕਲ ਇੰਡਸਟਰੀ ਨੇ ਜਿਹੜੀ ਨੇ ਵੀ ਉਹਦੀ ਪੇਡ ਰਿਸਰਚ ਕੀਤੀ ਆ, ਉਹਦਾ ਜਿਹੜਾ ਪ੍ਰੋਡਕਟ ਆ ਉਹ ਆਪਣੇ ਸਟੂਡੈਂਟਸ ਨੂੰ ਦੱਸ ਰਿਹਾ। ਤਾਂ ਉਹ ਸਟੂਡੈਂਟਸ ਜਿਹੜੇ ਆ ਜਾਂਦੇ ਆ ਸਾਡੇ ਡਾਕਟਰ ਬਣ ਕੇ, ਉਹ ਜਿਹੜੀਆਂ ਉਹ ਉਸੇ ਹੀ ਫਾਰਮਾਸਿਊਟੀਕਲ ਕੰਪਨੀ ਨੇ ਗੋਲੀਆਂ ਬਣਾਈਆਂ ਆ, ਉਹ ਸਾਨੂੰ ਦੇਈ ਜਾਂਦੇ। ਸੋ ਇਹ ਇੱਕ ਵੱਡੀ ਗੱਲ ਹੈ ਜਿਹੜੀ ਕਿ ਰਿਸਰਚ ਸ਼ੋਅ ਕਰ ਚੁੱਕੀ ਆ। ਪਰ ਸਾਡੇ ਏਡਰੀਅਨ ਇੰਡੈਕਸ ਹੋਵੇ ਚਾਹੇ ਹੋਰ ਹੋਵੇ, ਇਹਨਾਂ ਨੇ ਕੰਨਾਂ ਤੇ ਖੋਪੇ ਲਏ ਆ ਵੀ ਅਸੀਂ ਗੱਲ ਨਹੀਂ ਸੁਣਨੀ। ਇੱਕ ਗਾਂਧੀ ਜੀ ਦਾ ਬਾਉਂਦੇ ਹੁੰਦੇ ਸੀ ਕਾਰਟੂਨ, ਕੰਨ ਬੰਦ ਕੀਤੇ ਬਾਂਦਰ ਨੇ ਨਾ, ਹਾਂਜੀ, ਅੱਖਾਂ ਬੰਦ ਕੀਤੀਆਂ ਆ, ਮੂੰਹ ਬੰਦ ਕੀਤਾ ਵੀ ਨਾ ਮੈਨੂੰ ਦਿਸੇ, ਨਾ ਬੋਲਣਾ, ਨਾ ਸੁਣੇ। ਇਹ ਸਾਡੇ ਜਿਹੜੀ ਐਸਟੈਬਲਿਸ਼ਮੈਂਟ ਆ ਉਹਦੇ ਗਾਂਧੀ ਜੀ ਦੇ 3 ਬੰਦ ਰਹੇ, ਨਾ ਬੋਲਦੇ ਆ, ਨਾ ਸੁਣਦੇ ਆ, ਨਾ ਦੇਖਦੇ ਆ। ਇਹ ਜਿੰਨਾ ਚਿਰ ਤੁਸੀਂ ਰਿਵਿਊ ਨਹੀਂ ਕਰਾਉਂਦੇ, ਅਸੀਂ ਰਿਵਿਊ ਕਰਾਉਣ ਨੂੰ ਹੀ ਕਹਿੰਦੇ, ਹੋਰ ਤਾਂ ਨਹੀਂ ਕਹਿੰਦੇ ਇਸ ਕੁਝ ਜੀ। ਅਸੀਂ ਨਹੀਂ ਕਹਿੰਦੇ ਵੀ ਤੁਸੀਂ 4 ਬਿਲੀਅਨ ਹੋਰ ਦੇ ਦਿਓ ਸਾਨੂੰ, 40 ਬਿਲੀਅਨ, ਹੁਣ 28 ਬਿਲੀਅਨ ਡਾਲਰ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਨੂੰ ਦਿੱਤਾ ਆ ਅਧਿਕਾਰ ਖੇਤਰ, ਤੇ ਇਹ ਮੰਗਦੇ ਆ ਫੈਡਰਲ ਸਰਕਾਰ ਦੇ ਕੋਲੋਂ 28 ਬਿਲੀਅਨ ਹੋਰ। ਉਹ ਵੈਸੇ ਪੈਸੇ ਦਿੰਦੇ ਇਹਨਾਂ ਨੂੰ ਹਰੇਕ ਸਾਲ ਪਰ ਕੈਪੀਟਾ ਦੇ ਹਿਸਾਬ ਨਾਲ ਦਿੰਦੇ। ਇੱਕ ਆਉਂਦੇ ਆ ਹੈਲਥ ਫੰਡਿੰਗ ਆਉਂਦੀ ਆ, ਹੈਲਥ ਤੇ ਸੋਸ਼ਲ ਫੰਡਿੰਗ ਆਉਂਦੀ ਜੁਦੀ, ਤੇ ਇੱਕ ਆਉਂਦੇ ਆ ਜਿਹੜੇ ਸੂਬੇ ਗਰੀਬ ਆ ਉਹਨਾਂ ਨੂੰ ਪੈਸੇ ਦਿੰਦੇ ਉਹ। ਪਰ ਉਹ ਪੈਸੇ, ਉਹਨਾਂ ਪੈਸਿਆਂ ਤੋਂ ਬਾਵਜੂਦ ਵੀ, ਉਹਨਾਂ ਤੋਂ ਵਾਧੂ ਜਿਹੜੇ ਪੈਸੇ ਆ 28 ਬਿਲੀਅਨ ਐਤਕੀ ਮੰਗ ਕੀਤਾ ਇਹਨਾਂ ਨੇ ਸੂਬਿਆਂ ਨੇ। ਪਰ ਕਦੇ ਇਹ ਨਹੀਂ ਸੋਚਿਆ ਸੂਬਿਆਂ ਨੇ, ਜਿਹੜੇ ਵੀ ਹੈਲਥ ਮਿਨਿਸਟਰ ਬਣਾਏ ਆ, ਕਿ ਅਸੀਂ ਆਪਣੇ ਪੀੜੇ ਦੇ ਥੱਲੇ ਸੋਟਾ ਫਿਰ ਕੇ ਦੇਖ ਲਈਏ। ਹੁਣ ਜੇ ਕੈਨੇਡੀਅਨ ਲੋਕੀ ਕਹਿੰਦੇ ਆ, ਉਹਨਾਂ ਦੀ ਗੱਲ ਮੰਨ ਲਓ, ਉਹ ਪੈਸੇ ਦਿੰਦੇ ਆ, ਉਹ ਟੈਕਸ ਪੇਅਰ ਆ ਤੁਹਾਡੇ, ਕਿ ਤੁਸੀਂ ਇੱਕ ਸਟੱਡੀ ਕਰਾ ਕੇ ਤਾਂ ਦੇਖ ਲਓ ਜੀ। ਬਿਲਕੁਲ। ਖਰਿਆ ਕੁਝ ਤੁਹਾਨੂੰ ਪੈਸੇ ਬਚੇ ਹੀ ਜਾਣ ਸ਼ਾਇਦ। ਜਿਹੜੀਆਂ ਅਸੀਂ ਗੱਲਾਂ ਫੈਡਰਲ ਸਰਕਾਰ ਵੀ ਉਹੀ ਕਰਦੀ ਆ, ਪ੍ਰੋਵਿੰਸ਼ੀਅਲ ਵੀ ਉਹੀ ਕਰਦੀ ਆ, ਫਿਰ ਤੁਹਾਡੀਆਂ ਜਿਹੜੀਆਂ ਲੋਕਲ ਅਥਾਰਟੀਜ਼ ਉਹ ਵੀ ਉਹੀ ਕਰਦੀਆਂ। ਕੁਝ ਗੱਲਾਂ ਹੋਣਗੀਆਂ ਕਾਮਨ ਗੱਲਾਂ ਕਰਦੇ ਆ, ਉਹ ਫਿਰ ਮਨ ਦੇ ਵਿੱਚ ਆਊਗਾ ਕਿ ਇਹਨਾਂ ਤਿੰਨਾਂ ਦੀ ਬਜਾਏ ਇੱਕ ਅਥਾਰਟੀ ਹੋਵੇ ਤਾਂ ਵਧੀਆ ਸਾਡੇ। ਸੋ ਕਈ ਚੀਜ਼ਾਂ ਹੈ ਜਿਹੜੀਆਂ ਇਹਨਾਂ ਦੇ ਵਿੱਚ ਸੁਧਾਰ ਲਿਆਂਦਾ ਜਾ ਸਕਦਾ ਹੈ, ਔਰ ਉਹਦੇ ਤੇ ਕੋਈ ਪੈਸਾ ਖਰਚ ਨਹੀਂ ਆਉਣਾ। ਜਿਨ੍ਹਾਂ ਤੇ ਚਲੋ ਪੈਸਾ ਖਰਚਦੇ, MRI ਖਰੀਦਣੀ ਹੈ, ਉਹ ਤਾਂ ਪੈਸਾ ਖਰਚਣਾ ਹੈ। ਸ਼ਾਇਦ ਦੂਜੀਆਂ ਚੀਜ਼ਾਂ ਦੇ ਵਿੱਚੋਂ ਪੈਸਾ ਘਟਾ ਕੇ ਇਧਰ MRI ਵਗੈਰਾ ਖਰੀਦੀਆਂ ਜਾ ਸਕਣ। ਸੋ ਇਹ ਰਿਸਰਚ, ਇਹ ਕੈਨੇਡੀਅਨ ਲੋਕਾਂ ਦਾ ਜਿਹੜਾ ਤਜਰਬਾ ਆ ਉਹ ਬੜਾ ਵੈਲਿਡ ਹੈ ਕਿ ਇੱਕ ਸਿਰਫ ਤੇ ਇੱਕ ਹੀ ਪੈਂਡੈਮਿਕ ਆਇਆ ਤਾਂ ਸਾਡਾ ਜਿਹੜਾ ਸਿਸਟਮ ਆ ਉਹ ਸ਼ੀਸ਼ੇ ਨੂੰ ਟੁੱਟ ਗਿਆ। ਡਾਕਟਰ ਸਾਹਿਬ, ਜਿਹੜੀ ਅਗਲੀ ਖਬਰ ਹੈਗੀ ਆ
ਉਹ ਆਪਣੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦੇ ਨਾਲ ਸੰਬੰਧਿਤ ਆ ਤੇ ਉਹਨਾਂ ਦੀ ਯੂਰਪ ਟ੍ਰਿਪ ਦੀ ਗੱਲ ਆ। ਹੁਣ ਉਹਨਾਂ ਦੇ ਯੂਰਪ ਟ੍ਰਿਪ ਤੇ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਕਈ ਜਾਣੇ ਸੋਚਦੇ ਆ ਵੀ ਜਿਹੜਾ ਯੂਰਪ ਟ੍ਰਿਪ ਹੈਗਾ ਕਿਤੇ ਫੋਟੋਆਂ ਖਿਚਵਾਉਣ ਦੇ ਲਈ ਤਾਂ ਨਹੀਂ ਇਹ। ਤੁਸੀਂ ਇਸ ਬਾਰੇ ਕੀ ਸੋਚਦੇ ਹੋ? ਇਹ ਤੇ ਦੇਖੋ, ਉਹਨਾਂ ਦੀ ਲੜਾਈ ਹੋ ਰਹੀ ਹੈ ਰਸ਼ੀਆ ਤੇ ਯੂਕਰੇਨ ਦੀ। ਇਹ ਡੋਮੈਸਟਿਕ ਗੱਲ ਹੈ ਕਿ ਚਲੋ ਯੂਕਰੇਨੀਅਨ ਕੈਨੇਡੀਅਨ ਸਾਡੇ 2 ਪ੍ਰੋਵਿੰਸਿਸ ਦੇ ਵਿੱਚ ਖਾਸ ਤੌਰ ਤੇ ਸਸਕੈਚੁਆਨ ਤੇ ਮੈਨੀਟੋਬਾ 'ਚ ਇੰਨੇ ਆ ਕਿ ਉਹ ਬਹੁਤ ਸੀਟਾਂ ਕੰਟਰੋਲ ਕਰਦੇ ਆ। ਉਹਨੂੰ ਤੁਸੀਂ ਹੁਣ ਯੂਰਪ ਦੇ ਵਿੱਚ ਇਹਨਾਂ ਨੇ ਭੇਜਿਆ, ਲਿਬਰਲ ਪਾਰਟੀ ਦੇ ਸਟ੍ਰੈਟੇਜਿਸਟ ਨੇ ਭੇਜਿਆ। ਇਹ ਕੋਈ ਫੋਰਨ ਪਾਲਿਸੀ ਦੀ ਕੰਪਲਿਸ਼ਮੈਂਟ ਨਹੀਂ ਹੈ। ਤੁਸੀਂ ਜੇ ਤਾਂ ਲੜਾਈ ਹੁੰਦੀ ਹੈ, ਜਿੱਦਾਂ ਮਹਾਰਾਜਾ ਰਣਜੀਤ ਸਿੰਘ ਜੀ ਨੇ ਪੁੱਛਿਆ ਸੀ ਇੱਕ ਵਾਰੀ ਉਹਨਾਂ ਨੇ ਕਿ ਜੋਤਸ਼ੀਆਂ ਨੂੰ ਕਿ ਇੱਕ ਸਿਵਲ ਵਾਰ ਚੱਲਦੀ ਸੀ ਪਿਸ਼ਾਵਰ ਦੇ ਲਾਗੇ ਕਿ ਅਸੀਂ ਜਿੱਤਾਂਗੇ ਕਿ ਹਾਰਾਂਗੇ। ਉਹਨਾਂ ਨੇ ਆਪਣਾ ਜੋਤਿਸ਼ ਦੱਸ ਕੇ ਕਹਿੰਦੇ ਕਿ ਸਾਡਾ ਜੋਤਿਸ਼ ਇਹ ਕਹਿੰਦਾ ਕਿ ਦੋਏ ਧਿਰਾਂ ਨੇ ਹਾਰ ਜਾਣਾ। ਤੇ ਉਹ ਕਹਿਣ ਲੱਗੇ ਕਿ ਇਹ ਨਵੀਂ ਗੱਲ ਸੁਣੀ ਆ ਮੈਂ ਸਾਰੀ ਉਮਰ ਲੜਾਈਆਂ ਹੀ ਲੜੀਆਂ। ਲੜਾਈ 'ਚ ਤਾਂ ਜਾਂ ਜਿੱਤਦਾ ਹੁੰਦਾ ਕੋਈ ਜਾਂ ਹਾਰਦਾ ਹੁੰਦਾ। ਤਾਂ ਉਹਨਾਂ ਨੂੰ ਮੇਰਾ ਖਿਆਲ ਮਹਾਰਾਜ ਸਾਹਿਬ ਨੂੰ ਪਤਾ ਨਹੀਂ ਸੀ ਵੀ ਜਸਟਿਨ ਟਰੂਡੋ ਨੇ ਹੋਣਾ ਗਾਹਾਂ ਇਹ ਦੱਸ ਦੇਣਗੇ ਦੋਏ ਧਿਰਾਂ ਕਿਵੇਂ ਹਾਰਦੀਆਂ ਹੁੰਦੀਆਂ। ਇਹ ਯੂਕਰੇਨ ਤਾਂ ਹਾਰ ਰਿਹਾ ਬਿਕਾਜ਼ ਉਹ ਕਮਜ਼ੋਰ ਹੈ। ਰਸ਼ੀਆ ਦੀ ਜਿਹੜੀ ਫੌਜ ਹੈ ਉਹ ਤਕੜੀ ਹੈ। ਹਾਂਜੀ, ਇਹ ਹੁਣ ਗਏ ਸੀ ਉੱਥੇ ਕਿ ਰਸ਼ੀਆ ਕਿੱਦਾਂ ਹਾਰ ਜਾਊਗਾ। ਰਸ਼ੀਆ ਨੇ ਹਾਰਨਾ ਜੇ ਇਹ ਸਾਰੀਆਂ ਫੋਰਸਸ ਲਿਜਾ ਕੇ ਉਹਨਾਂ ਦੇ ਖਿਲਾਫ ਲੜਨਗੇ। ਜੇ ਨੇਟੋ ਵਾਲੇ ਹੋਰ ਦੇਸ਼ ਲੜਨਗੇ ਉਹਨਾਂ ਦੇ ਖਿਲਾਫ, ਸ਼ਾਇਦ ਹਾਰ ਜਾਣ, ਸ਼ਾਇਦ ਫਿਰ ਨਿਊਕਲੀਅਰ ਵਾਰ ਸ਼ੁਰੂ ਹੋ ਜਾਵੇ। ਇਸ ਗੱਲ ਤੋਂ ਡਰਦੇ ਹਨ। ਇਹ ਗੱਲ ਤਾਂ ਕੀਤੀ ਨਹੀਂ ਉਹਨਾਂ ਨੇ। ਯੂਕਰੇਨ ਦੇ ਵਿੱਚ ਕੋਈ ਫੋਰਸ ਨਹੀਂ ਨੇਟੋ ਦੀ ਜਿਹੜੀ ਉਹਨਾਂ ਦਾ ਰਸ਼ੀਆ ਦਾ ਮੁਕਾਬਲਾ ਕਰ ਸਕੇ। ਨੋ ਫਲਾਈ ਜ਼ੋਨ ਵੀ ਇਹ ਲਾਗੂ ਨਹੀਂ ਕਰ ਰਹੇ ਕਿਉਂਕਿ ਇਹਨਾਂ ਨੂੰ ਪਤਾ ਕਿ ਇਹਦੇ ਵਿੱਚ ਲੜਾਈ ਲੱਗਣ ਦਾ ਖਤਰਾ ਹੈ। ਅੱਛਾ, ਹੁਣ ਦੂਸਰਾ ਜਿਹੜਾ ਸਟੈਂਡ ਲੈ ਸਕਦੇ ਆ ਉਹ ਜਿਹੜੇ ਬਹੁਤ ਯੂਰਪੀਅਨ ਮੁਲਕਾਂ ਨੇ ਵੀ ਇਹ ਗੱਲ ਕੀਤੀ, ਇਜ਼ਰਾਈਲ ਵਾਲਿਆਂ ਨੇ ਵੀ ਕੀਤੀ, ਟਰਕੀ ਵਾਲੇ ਵੀ ਹੁਣ ਗੱਲ ਕਰ ਰਹੇ ਆ ਕਿ ਤੁਸੀਂ ਸਮਝੌਤਾ ਕਰੋ, ਬੈਠੋ, ਤੁਸੀਂ ਪੀਸ ਟਾਕਸ ਕਰੋ, ਤੁਸੀਂ ਆਪਣੀਆਂ ਫੋਰਸਸ ਵਾਪਸ ਲਿਜਾਓ। ਇਹੀ ਇੱਕ ਤਰੀਕਾ ਆ। ਹੁਣ ਟਰੂਡੋ ਨੇ ਇੱਥੋਂ ਜਸਟਿਨ ਟਰੂਡੋ ਜਿੱਦਣ ਗਏ ਆ ਔਰ ਉੱਥੇ ਰਹੇ ਆ, ਇੱਕ ਵਾਰੀ ਵੀ ਮੂੰਹੋਂ ਇਹਨਾਂ ਨੇ ਨਹੀਂ ਕਿਹਾ ਵੀ ਦੋਹਾਂ ਜਾਣਿਆਂ ਨੂੰ ਗੱਲਬਾਤ ਕਰਨੀ ਚਾਹੀਦੀ ਹੈ। ਸੋ ਇਹਨਾਂ ਨੇ ਫੋਟੋਆਂ ਜ਼ਰੂਰ ਖਿਚਾਈਆਂ ਤੇ ਉਹਨਾਂ ਫੋਟੋਆਂ ਤੋਂ ਡਰ ਕੇ ਸ਼ਾਇਦ ਪੁਟਿਨ ਵਾਪਸ ਚੱਲ ਜਾਵੇ। ਤਾਂ ਪਤਾ ਕੋਈ ਨਹੀਂ ਵੀ ਇਹ ਬਹੁਤ ਸੋਹਣਾ ਮੁੰਡਾ ਲੱਗਦਾ ਹੈ, ਇਹਨੇ ਫੋਟੋਆਂ ਬੜੀਆਂ ਖਿਚਾਈਆਂ, ਉਹਨਾਂ ਫੋਟੋਆਂ ਦੀ ਝਲਕ ਇੰਨੀ ਪੈ ਜਾਵੇ ਤਾਂ ਮੁੜ ਜਾਣ ਰਸ਼ੀਅਨ ਫੌਜਾਂ ਮੁੜ ਜਾਣ। ਪਰ ਅਜੇ ਤੱਕ ਤਾਂ ਹੋਇਆ ਨਹੀਂ। ਹੁਣ ਉਹਨਾਂ ਨੂੰ ਫਿਕਰ ਇਹ ਪਿਆ ਹੈ ਲਿਬਰਲ ਸਟ੍ਰੈਟੇਜਿਸਟ ਨੂੰ ਕਿ ਪਿਛਲੀਆਂ 2 ਇਲੈਕਸ਼ਨਸ ਦੇ ਵਿੱਚ ਬਹੁਤ ਹੀ ਮਾੜੇ ਕੰਜ਼ਰਵੇਟਿਵ ਪਾਰਟੀ ਦਾ ਮੇਨ ਖਤਰਾ ਹੁੰਦਾ ਇਹਨਾਂ ਨੂੰ ਇਲੈਕਸ਼ਨ ਦੇ ਵਿੱਚ, ਤੇ ਉਹਨਾਂ ਦੇ ਸਭ ਤੋਂ ਮਾੜੇ ਲੀਡਰ 2 ਪੈਦਾ ਕੀਤੇ ਉਹਨਾਂ ਨੇ। ਔਰ ਇਹ ਜਸਟਿਨ ਟਰੂਡੋ ਹੁਣੀ ਇਹਨਾਂ ਦੀ ਪਾਰਟੀ ਤਾਂ ਜਿੱਤੀ ਆ ਕਿਉਂਕਿ ਆਪੋਜੀਸ਼ਨ ਮਾੜੀ ਸੀ। ਹੁਣ ਆਮ ਆਦਮੀ ਪਾਰਟੀ ਨਹੀਂ ਜਿੱਤੀ ਪੰਜਾਬ ਦੇ ਵਿੱਚ, ਉੱਥੇ ਅਕਾਲੀ ਦਲ ਹਾਰ ਗਿਆ ਤੇ ਕਾਂਗਰਸ ਹਾਰ ਗਈ ਹੈ। ਲੋਕੀ ਹਮੇਸ਼ਾ ਕਿਸੇ ਦੇ ਖਿਲਾਫ ਵੋਟ ਪਾਉਂਦੇ ਜੀ, ਕਿਸੇ ਦੇ ਹੱਕ 'ਚ ਨਹੀਂ ਵੋਟ ਪਾਉਂਦੇ। 2014 ਦੇ ਵਿੱਚ ਇੱਕ ਡਾਕਟਰ ਮਨਮੋਹਨ ਸਿੰਘ ਨੂੰ ਛੱਡ ਕੇ ਬਾਕੀ ਦੇ ਸਭ ਮੰਤਰੀਆਂ ਨੇ ਅਰਬਾਂ ਖਾਧੇ ਸੀ। ਮਤਲਬ ਤੂੜੀ ਦੇ ਤੰਗੜ ਲੈ ਕੇ ਆਏ ਘਰੋਂ ਤਾਂ ਉਹ ਰੁਪਈਆਂ ਨਾਲ ਭਰ ਕੇ ਲੈ ਗਏ। ਇਸ ਕਰਕੇ ਲੋਕੀ ਤੰਗ ਸੀ। ਅਸੀਂ ਗੱਲ ਵੀ ਕਰਦੇ ਸੀ ਕਿ 15 ਲੱਖ ਦਾ ਉਹਨਾਂ ਨੇ ਵਾਅਦਾ ਕੀਤਾ ਸੀ, ਲੋਕਾਂ ਨੇ ਸੱਚੀ ਮੰਨ ਲਿਆ। ਲੋਕੀ ਇਹ ਫੇਰ ਵੀ ਉਹਨਾਂ ਨੇ ਇਹਦੇ ਹੱਕ, ਬੀਜੇਪੀ ਦੇ ਹੱਕ 'ਚ ਵੋਟ ਨਹੀਂ ਪਾਈ, ਕਾਂਗਰਸ ਦੇ ਖਿਲਾਫ ਵੋਟ ਪਾਈ ਹੈ। ਸਾਡੇ ਜਿਹੜੀਆਂ ਪਿਛਲੀਆਂ 2 ਇਲੈਕਸ਼ਨ ਹੋਈਆਂ ਉਹਨਾਂ ਨੇ ਕੰਜ਼ਰਵੇਟਿਵ ਪਾਰਟੀ ਦੇ ਖਿਲਾਫ ਵੋਟ ਪਾਈ ਲੋਕਾਂ ਨੇ, ਔਰ ਉਹਦੇ ਬਾਵਜੂਦ ਵੀ ਫੇਰ ਵੀ ਇਹਨਾਂ ਦੀ ਮਿਨੋਰਟੀ ਘੱਟ ਗਿਣਤੀ ਦੀ ਸਰਕਾਰ ਰਹੀ ਹੈ। 2015 ਦੇ ਵਿੱਚ ਜਸਟਿਨ ਟਰੂਡੋ ਨੂੰ 39% ਯਾਨੀ 39% ਮਿਲੇ ਸੀ ਇਹਨਾਂ ਦੀ ਪਾਰਟੀ ਨੂੰ। ਉਹਦੇ ਨਾਲ ਇਹਨਾਂ ਦੀ ਬਹੁਤ ਗਿਣਤੀ ਦੀ ਸਰਕਾਰ ਬਣ ਗਈ। ਜੇ ਤੁਸੀਂ ਦੇਖਦੇ ਆ ਨੰਬਰਾਂ ਦੇ ਹਿਸਾਬ ਨਾਲ, ਕਿਉਂਕਿ ਨੰਬਰਾਂ ਦੀ ਅਸੀਂ ਗੱਲ ਕਰਦੇ ਆ, ਅੰਕੜੇ ਬਹੁਤ ਦਿਲਚਸਪ ਹੁੰਦੇ ਆ, ਹਾਂਜੀ, ਪਰ ਇਹ ਵਾਈਟਲ ਇਨਫੋਰਮੇਸ਼ਨ ਜਿਹੜੀ ਆ ਬਹੁਤ ਜ਼ਰੂਰੀ ਆ, ਮਹੱਤਵਪੂਰਨ ਆ, ਉਹ ਲੁਕੋਈ ਰੱਖਦੇ ਆ। ਹੁਣ 60% ਲੋਕਾਂ ਨੇ ਵੋਟ ਪਾਈ ਇੱਥੇ ਉਦੋਂ,
2015 ਦੇ ਵਿੱਚ 40% ਤਾਂ ਘਰ 'ਚ ਬੈਠ ਗਏ ਜਿਨ੍ਹਾਂ ਨੂੰ ਨਾ ਜਸਟਿਨ ਟਰੂਡੋ ਚੰਗੇ ਲੱਗਦੇ ਸੀ ਤੇ ਨਾ ਆਪੋਜੀਸ਼ਨ ਚੰਗੀ ਲੱਗਦੀ ਸੀ। ਉਹਨਾਂ ਦੇ ਵਿੱਚੋਂ 60% ਚੋਂ ਸਿਰਫ 39% ਇਹਨਾਂ ਨੂੰ ਵੋਟ ਪਾਈ ਆ। ਇਹਦਾ ਮਤਲਬ ਕੋਈ 25-26% ਵੋਟ ਟੋਟਲ ਪਈ ਹੈ। 65% ਬੰਦਿਆਂ ਨੇ ਵੋਟ ਨਹੀਂ ਪਾਈ, ਇੱਕ ਮੈਜੋਰਟੀ ਸਰਕਾਰ ਲਈ। ਪਿਛਲੀ ਵਾਰੀ ਹੁਣ ਘਟ ਕੇ ਇਹਨਾਂ ਦੀ ਹੋ ਗਈ ਸੀ 32%। ਉਸ 32% ਤੋਂ ਹੁਣ ਘਟ ਹੀ ਰਹੀ ਲਗਾਤਾਰ। ਹਾਂਜੀ। ਤੇ ਮੇਰਾ ਇਹ ਅੰਦਾਜ਼ਾ ਆ ਕਿ ਜਸਟਿਨ ਟਰੂਡੋ ਹੁਣੇ ਜੇ ਮਾੜਾ ਜਿਹਾ ਜਾ ਕੇ ਤਾਂ ਆਏ ਆ, ਪਰ ਹਾਲੇ ਤਾਈਂ ਇਹਨਾਂ ਦੇ ਜਿੰਨੇ ਵੀ ਪੋਲਸ ਨੇ ਉਹ ਇਹ ਅੰਦਰੂਨੀ ਪੋਲ ਇਹ ਨਹੀਂ ਦੱਸਦੇ ਕਿ ਇਹਦਾ ਕੋਈ ਪਾਰਟੀ ਨੂੰ ਫਾਇਦਾ ਹੋਇਆ ਜਾਂ ਨਹੀਂ ਫਾਇਦਾ ਹੋਇਆ। ਸੋ ਅਲਟੀਮੇਟਲੀ ਇਹਨਾਂ ਨੇ ਰਿਜ਼ਾਈਨ ਕਰਨਾ ਅਗਲੀ ਇਲੈਕਸ਼ਨ ਤੋਂ ਪਹਿਲਾਂ। ਹੋ ਸਕਦਾ ਇਹ ਪਾਰਟੀ ਫੇਰ ਜਿੱਤ ਜਾਵੇ, ਕਿਉਂਕਿ ਜੇ ਉਹਨਾਂ ਨੇ ਦੂਸਰੀ ਪਾਰਟੀ ਨੇ ਵਧੀਆ ਲੀਡਰ ਨਹੀਂ ਚੁਣਿਆ ਹਜੇ ਤਾਈਂ ਤੇ ਉਹਨਾਂ ਦੇ ਖਿਲਾਫ ਲੋਕਾਂ ਨੇ ਉਹਨਾਂ ਦੇ ਖਿਲਾਫ ਨਵੇਂ ਲੀਡਰ ਦੇ ਪਾ ਦੇਣੀ ਹੈ। ਪਰ ਇਹਨਾਂ ਨੇ ਲਿਬਰਲ ਪਾਰਟੀ ਚੋਂ ਕੌਣ ਅਗਲਾ ਲੀਡਰ ਹੋਊਗਾ, ਹੁਣ ਤਾਂ ਕਹੀ ਜਾਂਦੇ ਆ ਕਿ ਡਿਪਟੀ ਪ੍ਰਾਈਮ ਮਿਨਿਸਟਰ ਹੋਣਗੇ ਤੇ ਉਹ ਤਾਂ ਇਲੈਕਸ਼ਨ ਲੜੇ ਤੇ ਜਦੋਂ ਕੈਂਪੇਨ ਲੜਨਾ ਆ ਉਦੋਂ ਪਤਾ ਲੱਗਣਾ ਨਾ ਜੀ ਕਿ ਕਿਹਨੇ ਜਿੱਤਣੀ ਆ ਇਲੈਕਸ਼ਨ ਤੇ ਕਿਹਨੇ ਹਾਰਨੀ ਆ। ਪਹਿਲਾਂ ਤਾਂ ਕਿਆਸ ਰਾਹੀਂ ਲਾ ਰਹੇ ਅਸੀਂ। ਸੋ ਸਾਡੇ ਵੱਲੋਂ ਕੋਈ ਵੀ ਇਹ ਕਾਮਯਾਬ ਨੀਤੀ ਨਹੀਂ ਹੋਈ ਫੋਰਨ ਪਾਲਿਸੀ ਦੇ ਵਿੱਚ। ਜਾਂ ਤਾਂ ਅਸੀਂ ਕੋਈ ਡਰਾਉਣ ਜੋਗੇ ਹੋਈਏ ਰਸ਼ੀਆ ਨੂੰ ਕਿ ਅਸੀਂ ਤੁਹਾਡੇ ਖਿਲਾਫ ਫੌਜਾਂ ਭੇਜ ਦੇਵਾਂਗੇ। ਫੌਜਾਂ ਤਾਂ ਇਹਨਾਂ ਨੇ ਉਹਨਾਂ ਦੇਸ਼ਾਂ 'ਚ ਭੇਜੀਆਂ ਜਿੱਥੇ ਵੈਸੇ ਜੇ ਮੈਂ ਫੌਜ ਦੇ ਵਿੱਚ ਅੱਜ ਹੋਵਾਂ ਤਾਂ ਮੈਂ ਚਾਹਾਂ ਵੀ ਉੱਥੇ ਜਾ ਕੇ ਬੈਠਾ। ਉਹ ਤਾਂ ਜਿੱਦਾਂ ਤੁਹਾਨੂੰ ਹੌਲੀਡੇ ਕਰਾਉਣ ਗਏ ਆ ਉੱਥੇ, ਤੇ ਉਹਨਾਂ ਨੂੰ ਭਾਵੇਂ ਇੱਥੇ ਹੀ ਬਿਠਾ ਕੇ ਰੱਖਦੇ, ਫੋਟੋ ਖਿਚਾ ਕੇ ਤੁਹਾਨੂੰ ਲੈਟਵੀਆ ਜਾ ਕੇ ਖਿਚਾਉਣ ਦੀ ਲੋੜ ਨਹੀਂ ਹੈ। ਉਹ ਸਿਰਫ ਤੇ ਸਿਰਫ PR ਕੈਂਪੇਨ ਚੱਲਦਾ ਸੀ ਇਲੈਕਸ਼ਨ ਜਿੱਤਣ ਲਈ ਕੈਨੇਡਾ ਦੇ ਵਿੱਚ। ਸੋ ਉਹਦਾ ਕੋਈ ਫਾਇਦਾ ਨਹੀਂ ਹੋਇਆ। ਕੋਈ ਇਹਨਾਂ ਨੇ ਇਹ ਨਹੀਂ ਕਿਹਾ ਕਿ ਇਹਨਾਂ ਦਾ ਡਾਇਲੌਗ ਕੀਤਾ ਜਾਵੇ। ਇਹਨਾਂ ਨੂੰ ਅਸੀਂ ਕੈਨੇਡਾ ਵਾਲੇ ਹੋਰ ਤਾਂ ਕੁਝ ਨਹੀਂ ਕਰ ਸਕਦੇ। ਪਹਿਲਾਂ ਤਾਂ ਇਹੀ ਕਹਿੰਦੇ ਹੁੰਦੇ ਸੀ ਕਿ ਜੇ ਦੋ ਦੇਸ਼ਾਂ ਦੀ ਲੜਾਈ ਲੱਗੀ ਆ, ਤੁਸੀਂ ਹੋਰ ਤਾਂ ਨਹੀਂ, ਤੁਸੀਂ ਆਪਸ ਵਿੱਚ ਹੀ ਤਾਂ ਨਹੀਂ ਬੋਲਦੇ, ਤੁਸੀਂ ਸਾਡੇ ਆਓ, ਸਾਡੇ ਬੈਠ ਕੇ ਟੇਬਲ ਤੇ ਗੱਲ ਕਰੋ। ਕਿਉਂਕਿ ਦੁਨੀਆ ਦੀ ਸਭ ਤੋਂ ਵੱਡੀ ਜੰਗ ਜਿਹੜੀ ਆ ਉਹਦੀ ਲੜਾਈ ਦਾ ਅੰਤ ਜਿਹੜਾ ਆ ਉਹ ਟੇਬਲ ਤੇ ਹੁੰਦਾ। ਜੀ ਬਿਲਕੁਲ। ਜਿੰਨੀਆਂ ਮਰਜ਼ੀ ਲੜਾਈਆਂ ਦੇਖ ਲਓ, ਦੁਨੀਆ ਦੀ ਦੂਜੀ ਜੰਗ ਦੇ ਵਿੱਚ 60 ਮਿਲੀਅਨ 6 ਕਰੋੜ ਬੰਦਾ ਮਰ ਗਿਆ, ਪਰ ਅਖੀਰ ਕੀ ਹੋਇਆ? ਟੇਬਲ ਤੇ ਬੈਠ ਕੇ ਉਹਨਾਂ ਨੇ ਸਮਝੌਤਾ ਕੀਤਾ। ਜਿਹੜੀ ਵੀ ਲੜਾਈ ਮਰਜ਼ੀ ਹੋਵੇ, ਚਾਹੇ ਸਿਵਲ ਵਾਰ ਹੋਵੇ, ਚਾਹੇ ਦੋ ਦੇਸ਼ਾਂ ਦੀ ਲੜਾਈ ਹੋਵੇ, ਅਖੀਰ 'ਚ ਜਿਹਦਾ ਫੈਸਲਾ ਇਦਾਂ ਹੀ ਹੋਣਾ। ਜਾਂ ਇਹ ਫੈਸਲਾ ਕਰ ਲੈਣਾ ਵੀ ਠੀਕ ਹੈ ਹੁਣ ਅਸੀਂ ਨਿਊਕਲੀਅਰ ਲੜਾਈ ਦੀ ਵੀ ਕਰ ਸਕਦੇ ਹਾਂ, ਫਿਰ ਇਹ ਆ ਵੀ ਉਦਣ ਤੋਂ ਅਰਦਾਸ ਕਰ ਦਿਓ ਵੀ ਬਸ ਵਾਹਿਗੁਰੂ ਅਸੀਂ ਆ ਰਹੇ ਤੇਰੇ ਕੋਲ ਛੇਤੀ। ਬੇਸਿਕਲੀ ਜਿਹੜਾ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਦਾ ਟ੍ਰਿਪ ਹੈਗਾ, ਇਹ ਹੈ ਤਾਂ ਫੋਟੋ ਆਪ ਹੀ ਆ। ਜਿਵੇਂ ਸਾਰੇ ਲੋਕ ਕਹਿ ਰਹੇ ਹੈਗੇ, ਉਹ ਪ੍ਰੂਵ ਵੀ ਕਰ ਰਿਹਾ ਨਾਲ ਦੀ ਨਾਲ। ਜਿਵੇਂ ਕੋਈ ਗੱਲਬਾਤ ਨਹੀਂ ਕਰ ਰਿਹਾ ਹੈ, ਕੋਈ ਸਟੇਟਮੈਂਟ ਨਹੀਂ ਇਹੋ ਜਿਹੀ ਇਸ਼ੂ ਕਰ ਰਹੇ ਹੈਗੇ। ਸਿਰਫ ਆਪਾਂ ਨੂੰ ਇਹ ਹੈ ਕਿ ਜਦੋਂ ਆਪਾਂ ਨਿਊਜ਼ ਵੈਬਸਾਈਟਸ ਵੈਸੇ ਦੇਖਦੇ ਆ ਤਾਂ ਆਪਾਂ ਨੂੰ ਉਹਦੇ ਹੋਮ ਪੇਜ ਦੇ ਉੱਪਰ ਜਸਟਿਨ ਟਰੂਡੋ ਦੀ ਇੱਕ ਨਵੀਂ ਪਿਕਚਰ ਦੇਖਣ ਨੂੰ ਮਿਲ ਜਾਂਦੀ ਹੁੰਦੀ ਆ। ਇਹਦੇ ਨਾਲ ਆਸ ਲਾਈ ਆ ਲਿਬਰਲ ਸਟ੍ਰੈਟੇਜਿਸਟ ਨੇ ਕਿ ਕਮ ਸੇ ਕਮ ਕੁਝ ਸੀਟਾਂ ਤਾਂ ਜਿੱਤਣਗੇ ਵਾਧੂ। ਕੀ ਉਹ ਜਿੱਤਦੇ ਜਾਂ ਹਾਰਦੇ ਆ ਇਹ ਤਾਂ ਆਉਣ ਵਾਲਾ ਸਮਾਂ ਦੱਸੂਗਾ, ਪਰ ਅਜੇ ਤੱਕ ਮੈਨੂੰ ਲੱਗਦਾ ਕਿ ਉਹਨਾਂ ਦੀ ਕਾਮਯਾਬੀ ਹੋਈ ਨਹੀਂ। ਜੀ ਬਿਲਕੁਲ, ਤੁਸੀਂ ਸਹੀ ਕਿਹਾ। ਰੁਖ ਕਰਦੇ ਆ ਆਪਾਂ ਅਗਲੀ ਖਬਰ ਵੱਲ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮਿਰ ਜ਼ੈਲੈਂਸਕੀ ਰਸ਼ੀਆ ਨਾਲ ਗੱਲਬਾਤ ਕਰਨਾ ਚਾਹੁੰਦੇ ਆ। ਉਹਨਾਂ ਨੇ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਨੂੰ ਰਿਕੁਐਸਟ ਕੀਤੀ ਹੈ ਕਿ ਉਹ ਜੈਰੂਸਲਮ 'ਚ ਸ਼ਾਂਤੀ ਵਾਰਤਾ ਬੁਲਾਉਣ। ਦੇਖੋ ਆ ਜਿਨ੍ਹਾਂ ਦੇਸ਼ਾਂ ਨੇ ਇਹ ਕਿਹਾ ਕਿ ਤੁਸੀਂ ਸਾਡਾ ਦੇਸ਼ ਸਾਡੇ ਸ਼ਹਿਰ 'ਚ ਆ ਕੇ ਇੱਕ ਦੂਜੇ ਨਾਲ ਗੱਲਬਾਤ ਕਰ ਸਕਦੇ ਆ, ਉਹਨਾਂ ਦੀ ਇੰਨੀ ਤਾਂ ਮਹੱਤਤਾ ਹੈ ਨਾ। ਉਹ ਜ਼ੈਲੈਂਸਕੀ ਵੀ ਇਹ ਕਹਿ ਰਹੇ ਨੇ ਕਿ ਅਸੀਂ, ਉਹ ਤਾਂ ਵੈਸੇ ਬਹੁਤ ਦੇਰ ਦੇ ਕਹਿ ਰਹੇ ਹਨ ਜਿਸ ਦਿਨ ਦਾ ਹਮਲਾ ਹੋਇਆ, ਕਿ ਮੈਂ ਵਾਰਤਾਲਾਪ ਕਰਨ ਲਈ ਤਿਆਰ ਹਾਂ। ਪਰ ਪਿਊਟਨ ਹਮੇਸ਼ਾ ਹੀ, ਕਿਉਂਕਿ ਹੁਣ ਜਿੱਤਦੇ ਨੇ, ਉਹ ਮਾਰਦੇ ਨੇ ਇਹਨਾਂ ਨੂੰ, ਇੰਨੇ ਰੈਫਿਊਜੀਜ਼ ਆ ਰਹੇ ਨੇ ਇੱਥੇ, ਤੇ ਉਹ ਦੋ ਡਿਮਾਂਡਸ ਹੋਰ ਜੋੜ ਦਿੰਦੇ ਨੇ ਪਹਿਲਾਂ ਨਾਲੋਂ। ਜਿਹੜਾ ਬੰਦਾ ਉੱਤੇ ਬੈਠਾ ਆ ਉਹਨੇ ਤਾਂ ਦੋ ਗੋਡੇ ਹੋਰ ਮਾਰਨੇ ਆ ਤੁਹਾਡੇ,
ਜਿਹੜਾ ਥੱਲੇ ਵਾਲਾ ਉਹ ਅਡਾਰਤਾ ਉਹ ਪਾ ਰਿਹਾ ਨਾ ਵਿਚਾਰਾ। ਉਹਨੂੰ ਜੋ ਕਹਿੰਦੇ ਸੀ ਕਿ ਅਸੀਂ ਪਹਿਲਾਂ ਤੁਹਾਡੇ ਨਾਲ ਖੜੇ ਹਾਂ, ਅਸੀਂ ਤੁਹਾਡੇ ਨਾਲ ਖੜੇ ਹਾਂ, ਕਹੀ ਅਜੇ ਤੱਕ ਵੀ ਜਾਂਦੇ ਆ। ਜੋ ਬਾਈਡਨ ਨੇ ਵੀ ਇਹ ਕਿਹਾ, ਸਾਡਾ ਪ੍ਰਾਈਮ ਮਿਨਿਸਟਰ ਉੱਥੇ ਲਾਗੇ ਜਾ ਕੇ ਕਹਿ ਕੇ ਆਇਆ। ਇੱਕ ਬਹੁਤ ਹੀ ਹਾਸੋਹੀਣੀ ਗੱਲ ਚ ਯਾਦ ਆ ਗਈ ਮੈਨੂੰ। ਕਿਸੇ ਨੇ ਕਮੈਂਟਰੀ ਕੋਈ ਕਰਦਾ ਸੀ ਕਿ ਉਹਨਾਂ ਨੇ ਕਿਹਾ ਵੀ ਇੱਕ ਪੱਤਰਕਾਰ ਨੇ ਪੁੱਛਿਆ ਨਾ ਫੋਰਨ ਮਿਨਿਸਟਰੀ ਨੂੰ, ਦੀ ਸਪੋਕਸਮੈਨ ਨੂੰ, ਕਿ ਅਕੰਪਲਿਸ਼ਮੈਂਟ ਕੀ ਹੋਈ ਹੈ ਤੁਹਾਡੀ ਉੱਥੇ ਜਾ ਕੇ। ਔਰ ਉਹਦੇ ਕੋਲ ਹੋਰ ਤਾਂ ਕੋਈ ਗੱਲ ਦਾ ਜਵਾਬ ਨਹੀਂ ਆਇਆ। ਉਹ ਕਹਿੰਦਾ ਕਿ ਈਸਟਰਨ ਯੂਰਪ ਦੇ ਵਿੱਚ ਜਾ ਕੇ ਕਮਲਾ ਹੈਰਿਸ ਗਈ ਸੀ ਉੱਥੇ, ਜਿਹੜੇ ਵਾਈਸ ਪ੍ਰੈਜ਼ੀਡੈਂਟ ਨੇ US ਦੇ, ਤਾਂ ਉਹਨਾਂ ਦੇ ਨਾਲ ਮੁਲਾਕਾਤ ਹੋ ਗਈ ਹੈ ਜਸਟਿਨ ਟਰੂਡੋ ਦੀ। ਤੇ ਉਹ ਬੰਦਾ ਕਹਿੰਦਾ ਵੀ ਵਾਸ਼ਿੰਗਟਨ DC ਦਾ ਇੱਥੇ ਆਟਵਾ ਦੇ ਬਹੁਤ ਲਾਗੇ ਆ, ਤਾਂ ਉਹਦੇ ਲਈ ਈਸਟਰਨ ਯੂਰਪ ਜਾਣ ਦੀ ਕੀ ਲੋੜ ਹੈ। ਵਾਕਈ ਹਾਸੋਹੀਣੀ ਗੱਲ ਆ ਇਹ। ਹਾਸੋਹੀਣੀ ਗੱਲ ਹੈ ਕਿ ਨਹੀਂ। ਜੇ ਅਕੰਪਲਿਸ਼ਮੈਂਟ ਦਿਖਾਲਣੀ ਆ ਆਪਣੀ ਵੀ ਮੈਂ ਕੁਝ ਪ੍ਰਾਪਤ ਕਰਕੇ ਆਇਆ ਉੱਥੋਂ, ਤਾਂ ਇਹ ਦੱਸਣਾ ਕਿ ਵਾਈਸ ਪ੍ਰੈਜ਼ੀਡੈਂਟ ਦੇ ਨਾਲ ਮੇਰੀ ਮੁਲਾਕਾਤ ਹੋ ਗਈ ਸੀ। ਜੇ ਤੁਹਾਡੇ ਘਰ 'ਚ ਤੁਸੀਂ ਕਹੋ ਤੇ ਚੰਗਾ ਹੋਇਆ ਅਸੀਂ 2 ਜਣੇ ਵਿਆਹ ਤੇ ਚਲ ਗਏ, ਨਹੀਂ ਤਾਂ ਮੈਂ ਆਪਣੀ ਵਾਈਫ ਨੂੰ ਮਿਲਣਾ ਹੀ ਨਹੀਂ ਸੀ ਅੱਜ। ਤੁਸੀਂ ਇੱਕ ਹੀ ਘਰ ਚੋਂ ਗਏ ਆ, ਜਾਂ ਇੱਕੋ ਗੁਆਂਢ 'ਚ ਤੁਸੀਂ ਕਹਿੰਦੇ ਵੀ ਮੈਂ ਗੁਆਂਢੀ ਨੂੰ ਮਿਲ ਪਿਆ ਅੱਜ, ਉੱਥੇ ਵਿਆਹ ਤੇ ਜਾ ਕੇ ਮਿਲ ਪਿਆ। ਜੇ ਬਾਹਰ ਨਿਕਲਦੇ ਤਾਂ ਸ਼ਾਇਦ ਉਦਾਂ ਹੀ ਮਿਲ ਜਾਂਦੇ। ਹਾਂਜੀ। ਤੇ ਤੁਹਾਨੂੰ ਈਸਟਰਨ ਯੂਰਪ ਜਾਣ ਦੀ ਲੋੜ ਹੀ ਨਹੀਂ ਸੀ, ਇੱਥੋਂ ਜਾ ਕੇ ਵਾਸ਼ਿੰਗਟਨ DC ਜਾਂਦੇ ਤਾਂ ਨਾਲੇ ਨੇੜੇ ਆ ਵੈਸੇ। ਹਾਂਜੀ, ਬਿਲਕੁਲ ਸਹੀ। ਦੂਜਾ ਕਮਲਾ ਹੈਰਿਸ ਦੇ ਕੋਲ ਜ਼ਿਆਦਾ ਟਾਈਮ ਹੁੰਦਾ ਸ਼ਾਇਦ, ਕਿਉਂਕਿ ਹੁਣ ਤਾਂ ਉਹ ਈਸਟਰਨ ਯੂਰਪ ਗਏ, ਉਹਨਾਂ ਨੇ ਬਾਕੀਆਂ ਲੀਡਰ ਨੂੰ ਵੀ ਮਿਲਣਾ ਸੀ। ਉਹ ਤਾਂ ਗਏ ਨੇ, ਉਹਨਾਂ ਤੇ ਕਾਫੀ ਨੁਕਤਾਚੀਨੀ ਹੋਈ ਹੈ ਕਮਲਾ ਹੈਰਿਸ ਦੀ। ਇੱਕ ਦਿਨ ਇੱਕ ਪੱਤਰਕਾਰ ਨੇ ਉਹਨਾਂ ਨੂੰ ਪੁੱਛ ਲਿਆ ਕਿ ਯੂਕਰੇਨੀਅਨ ਜਿਹੜੇ ਰੈਫਿਊਜੀਜ਼ ਆਉਣੇ ਆ ਉਹਨਾਂ ਦਾ ਕੋਈ ਬੰਦੋਬਸਤ ਕੀਤਾ ਹੈ ਤੁਸੀਂ। ਤੇ ਇਹਦਾ ਜਵਾਬ ਦੇਣ ਤੋਂ ਪਹਿਲਾਂ ਕਮਲਾ ਹੈਰਿਸ ਹੱਸ ਪਈ, ਬਹੁਤ ਹੱਸੇ ਉਹ। ਤੇ ਉਹਦੇ ਤੇ ਸੋਸ਼ਲ ਮੀਡੀਆ ਨੇ ਤੇ ਮੀਡੀਆ ਨੇ ਨੁਕਤਾਚੀਨੀ ਕੀਤੀ ਕਿ ਇੱਕ ਲੋਕੀ ਆ ਜਿਹੜੇ ਵਿਚਾਰੇ ਬੰਬਾਂ ਤੋਂ ਡਰਦੇ, ਲੜਾਈ ਤੋਂ ਡਰਦੇ ਤੁਰ ਕੇ ਪੋਲੈਂਡ ਆਉਂਦੇ, ਉੱਥੋਂ ਸ਼ਰਨਾਰਥੀ ਬਣ ਕੇ ਆਉਣਾ, ਤਾਂ ਤੁਸੀਂ ਹੱਸ ਰਹੇ ਆ। ਇਹ ਬਹੁਤ ਸੀਰੀਅਸ ਗੱਲ ਆ, ਬਹੁਤ ਸੀਰੀਅਸ ਹੈ। ਉਹ ਆਪਣਾ ਹਾਸਾ ਰੋਕਣ ਲਈ ਬਾਹਰ ਗਈ ਹੈ ਕਿ ਚਲੋ ਹੁਣ ਦਿਖਾ ਦੇਂਗੇ ਅਸੀਂ ਸੀਰੀਅਸ ਵੀ ਆ। ਤੇ ਇਸ ਕਰਕੇ ਉਹ ਸੀਰੀਅਸਨੈਸ ਦੇ ਵਿੱਚ ਜਸਟਿਨ ਟਰੂਡੋ ਦੇ ਨਾਲ ਵੀ ਮੁਲਾਕਾਤ ਹੋ ਗਈ ਉਹਨਾਂ ਦੀ। ਇਹ ਅਕੰਪਲਿਸ਼ਮੈਂਟ ਹੈ ਇਹਨਾਂ ਦੀ। ਜਿਨ੍ਹਾਂ ਨੂੰ ਆਪਣੇ ਗੁਆਂਢੀ ਦੇਸ਼ 'ਚ ਨਹੀਂ ਮਿਲ ਸਕੇ, ਉਹਨਾਂ ਨੂੰ ਈਸਟਰਨ ਯੂਰਪ ਜਾ ਕੇ ਮਿਲਿਆ ਹੈ ਜੀ। ਰੁਖ ਕਰਦੇ ਹਾਂ ਅਗਲੀ ਖਬਰ ਵੱਲ। ਨੈਟੋ ਦੇ ਪ੍ਰੈਸ਼ਰ ਦੇ ਬਾਵਜੂਦ ਵੀ ਟਰਕੀ ਨੇ ਕਹਿ ਦਿੱਤਾ ਕਿ ਉਹ ਰਸ਼ੀਆ ਤੇ ਸੈਂਕਸ਼ਨਸ ਨਹੀਂ ਲਾਏਗਾ। ਇਸ ਖਬਰ ਬਾਰੇ ਤੁਸੀਂ ਕੀ ਸੋਚਦੇ ਹੋ? ਦੇਖੋ, ਟਰਕੀ ਹੈਗਾ ਉਹਨਾਂ ਦਾ ਰਸ਼ੀਆ ਦਾ ਗੁਆਂਢੀ ਮੁਲਕ, ਨੇਟੋ ਦਾ ਮੈਂਬਰ ਹੈ। ਹਾਂਜੀ। ਤਾਂ ਔਰ ਨੇਟੋ ਦੇ ਬਹੁਤ ਪੁਰਾਣੇ ਮੈਂਬਰ ਹੈ। ਉਹਨਾਂ ਦਾ ਆਪਣਾ ਤਜਰਬਾ ਇਹ ਆ ਕਿ ਨੇਟੋ ਵਾਲੇ ਜਦੋਂ ਵੀ ਕੋਈ ਕੁਰਬਾਨੀ ਕਰਨੀ ਹੁੰਦੀ ਆ, ਉਦੋਂ ਜਿਹੜਾ ਸਾਡੇ ਵਰਗਾ ਮੁਲਕ ਆ ਜਿਹਨੂੰ ਆਪਣਾ ਸਮਝਦੇ ਆ, ਹੁਣ ਦੇਖ ਲਓ ਪਾਕਿਸਤਾਨ ਦੇ ਨਾਲ ਆ, ਪਾਕਿਸਤਾਨ ਇਹਨਾਂ ਦੇ ਨਾਲ ਹੀ ਰਿਹਾ, ਉਹਨਾਂ ਦੇ ਨਾਲ ਖੜਨ ਲਈ ਤਿਆਰ ਨਹੀਂ ਹੈ। ਉਹਨਾਂ ਦੇ ਜਿਹੜੇ IMF ਨੇ ਉਹਨਾਂ ਨੂੰ ਲੋਨ ਦੇਣ ਤੋਂ ਇਨਕਾਰ ਕਰ ਦਿੱਤਾ। IMF ਕੌਣ ਕੰਟਰੋਲ ਕਰਦਾ ਹੈ? ਅਮਰੀਕਨ ਕੰਟਰੋਲ ਕਰਦੇ। ਇਹਨਾਂ ਦੇ ਵੋਟ ਸ਼ੇਅਰ ਉਹਨਾਂ ਦੇ ਵਿੱਚ ਜ਼ਿਆਦਾ ਹੈ। ਹੁਣ ਟਰਕੀ ਵਾਲਿਆਂ ਨੇ ਇਹ ਹਿਸਾਬ ਲਾਇਆ ਕਿ ਉਹਨਾਂ ਦਾ ਜਿਹੜਾ ਵਪਾਰ ਹੈ ਉਹ ਰਸ਼ੀਆ ਦੇ ਨਾਲ ਦੁੱਗਣਾ ਆ ਜਿੰਨਾ ਅਮਰੀਕਾ ਦੇ ਨਾਲ ਆ। ਸੋ ਆਪਣਾ ਉਹਨਾਂ ਨੇ, ਜੇ ਤਾਂ ਇਹਨਾਂ ਨੇ ਜਿੰਨੇ ਵੀ ਸੈਂਕਸ਼ਨ ਲਾਏ ਨੇ ਅਮਰੀਕਾ ਨੇ, ਜਿਹੜੇ ਪੈਸੇ ਰੱਖੇ ਆ ਉਹਨਾਂ ਦੇ, ਉਹ ਤਾਂ ਇਹਨਾਂ ਦੀਆਂ ਬੈਂਕਾਂ ਨੂੰ ਫਾਇਦਾ ਹੋ ਗਿਆ। ਅੱਛਾ, ਫੇਰ ਉਹਨਾਂ ਦਾ ਆਇਲ ਬੰਦ ਕਰਦੇ ਆ, ਉਹਦੇ ਨਾਲ ਕਿਹਨੂੰ ਫਾਇਦਾ ਹੋਣਾ? ਇਹਨਾਂ ਦੀਆਂ ਕੰਪਨੀਆਂ ਨੂੰ ਫਾਇਦਾ ਹੁੰਦਾ। ਜੀ ਬਿਲਕੁਲ। ਉਹ ਕਹਿੰਦੇ ਕਿ ਖਾਣ ਪੀਣ ਨੂੰ ਬਾਂਦਰੀ ਤਾਂ ਡੰਡੇ ਖਾਣ ਨੂੰ ਰਿਛ। ਜੀ ਬਿਲਕੁਲ। ਜੇ ਨੁਕਸਾਨ ਕਰਾਉਣਾ ਅਸੀਂ ਟ੍ਰੇਡ ਲਈ ਤਾਂ ਸਾਡਾ ਨੁਕਸਾਨ ਟਰਕੀ ਵਾਲਿਆਂ ਦਾ। ਜੇ ਉੱਥੇ ਗੱਲਬਾਤ ਹੁੰਦੀ ਆ ਮਿਡਲ ਈਸਟ ਦੇ ਵਿੱਚ, ਅਮਰੀਕਾ ਵਾਲਿਆਂ ਨੇ ਕਦੇ ਵੀ ਆਪਣੀ ਨੇਟੋ ਐਲਾਈ ਨੂੰ ਕੁਝ ਨਹੀਂ ਪੁੱਛਿਆ। ਉੱਥੇ ਮਿਡਲ ਈਸਟ ਦੇ ਵਿੱਚ ਕਿਹਨੂੰ ਪੁੱਛਦੇ? ਇਜ਼ਰਾਈਲ ਵਾਲਿਆਂ ਨੂੰ। ਟਰਕੀ ਵਾਲਿਆਂ ਦੇ ਵਧੀਆ ਰਿਲੇਸ਼ਨ ਨੇ ਵੈਸੇ ਇਜ਼ਰਾਈਲ ਨਾਲ, ਕੋਈ ਉਹਨਾਂ ਨੂੰ ਦਿੱਕਤ ਨਹੀਂ, ਪਰ ਨੇਟੋ ਦੀ ਮੈਂਬਰਸ਼ਿਪ ਤਾਂ ਇਹਨਾਂ ਤੋਂ ਆ, ਇਜ਼ਰਾਈਲ ਤੋਂ ਮੈਂਬਰ ਨਹੀਂ। ਸੋ
ਉਹਨਾਂ ਨੂੰ ਗੁੱਸਾ ਇਹ ਆ ਕਿ ਜਿਹੜਾ ਜੇ ਨੁਕਸਾਨ ਕਰਾਉਣਾ ਆ ਫੇਰ ਤਾਂ ਅਸੀਂ ਕਰਾਈਏ, ਤਾਂ ਜਿਹੜਾ ਫਾਇਦਾ ਲੈਣਾ ਆ ਉਹ ਅਮਰੀਕਾ ਵਾਲੇ ਲੈਣ। ਹੁਣ ਯੂਰਪੀਅਨ ਮੁਲਕਾਂ ਦੇ ਵਿੱਚ ਬਹੁਤ ਲੋਚਕ ਹੈ, ਜਿਹੜੇ ਬੰਦੇ ਇੱਥੇ ਅਸੀਂ ਤਾਂ ਨਹੀਂ ਪੜ੍ਹਦੇ ਉਹਨਾਂ ਦੇ ਕਾਲਮਸ, ਪੈਸੇ ਤੁਸੀਂ ਯੂਰਪੀਅਨ ਅਖਬਾਰਾਂ ਦੇ ਕਾਲਮਸ ਪੜ੍ਹੋ, ਵੱਖ-ਵੱਖ ਆਪੋਜੀਸ਼ਨ ਦੇ ਲੀਡਰਾਂ ਦੀ ਗੱਲ ਸੁਣੋ, ਈਵਨ ਸਰਕਾਰੀ ਲੀਡਰਾਂ ਦੀ ਗੱਲ ਸੁਣੋ। ਉਹਨਾਂ ਨੂੰ ਫਿਕਰ ਪਿਆ ਆ ਕਿ ਰਸ਼ੀਆ ਦੇ ਕੋਲ ਬਹੁਤ ਆਇਲ ਤੇ ਗੈਸ ਹੈ ਤੇ ਅਮਰੀਕਾ ਵਾਲੇ ਇਸੇ ਕਰਕੇ ਉਹ ਬੰਦ ਕਰਨਾ ਚਾਹੁੰਦੇ ਕਿ ਇਹ ਸਾਨੂੰ ਫਿਰ ਮਹਿੰਗਾ ਵੇਚਣਗੇ, ਟੈਂਕਰਸ ਲੈ ਕੇ ਜਾਣਗੇ। ਔਰ ਉਹ ਕਹਿੰਦੇ ਕਿ ਸਸਤਾ ਗੈਸ, ਸਸਤੀ ਆਇਲ ਜਿਹੜੀ ਹੈ ਉਹ ਰਸ਼ੀਆ ਤੋਂ ਆ ਰਹੀ ਹੈ ਤੇ ਅਮਰੀਕਾ ਵਾਲੇ ਤਾਂ ਸਾਨੂੰ ਜਾਣ ਬੁੱਝ ਕੇ ਕਹਿਣਗੇ ਕਿ ਤੁਸੀਂ ਲੜੋ ਉਹਨਾਂ ਦੇ ਨਾਲ, ਤੁਸੀਂ ਲੜੋ ਤਾਂ ਕਿ ਸਾਨੂੰ ਫਾਇਦਾ ਹੋਵੇ। ਇਹਨਾਂ ਨੂੰ ਤਾਂ ਕੋਈ ਨੁਕਸਾਨ ਨਹੀਂ ਹੋਣਾ ਨਾ। ਇਹਨਾਂ ਨੇ ਜਿਹੜਾ ਗੈਸ ਉਹ ਸਸਤਾ ਵੇਚਦੇ ਆ, ਇਹ 30% ਪਹਿਲਾਂ ਹੀ ਮਹਿੰਗਾ ਵੇਚਦੇ ਸੀ ਉਹਨਾਂ ਨੂੰ। ਹੁਣ ਉਹਨਾਂ ਨੇ ਪਾਈਪਲਾਈਨ ਕੱਢਣੀ ਸੀ, ਇਹ ਕਹਿੰਦੇ ਨੇ ਇਹਨਾਂ ਨੂੰ ਪਹਿਲਾਂ ਵੀ ਇਹ ਆਪੋਜੀਸ਼ਨ 'ਚ ਰਹੇ ਕਿ ਪਾਈਪਲਾਈਨ ਨਾ ਕੱਢਣ ਦੇਗੀ ਅਸੀਂ, ਕਿਉਂਕਿ ਅਮਰੀਕਾ ਦੇ ਹਿੱਤ ਦੇ ਵਿੱਚ ਨਹੀਂ ਹੈ ਇਹ ਗੱਲ। ਹੁਣ ਜੇ ਫਾਇਦਾ ਹੋਣਾ ਉਹ ਸ਼ੈਲ ਕੰਪਨੀ ਨੂੰ ਹੋਣਾ ਹੈ, ਜਿਹੜੀ ਕਿ ਨੀਦਰਲੈਂਡ ਵਾਲਿਆਂ ਦੀ ਹੈ, ਬ੍ਰਿਟਿਸ਼ ਪੈਟਰੋਲੀਅਮ ਨੂੰ ਹੋਊਗਾ ਜਿਹੜੇ ਇੰਗਲੈਂਡ ਵਾਲਿਆਂ ਦਾ, ਐਕਸਨ ਵਾਲਿਆਂ ਨੂੰ ਹੋਊਗਾ ਜਿਹੜੇ ਇਹਨਾਂ ਦਾ US ਵਾਲਿਆਂ ਦਾ। ਇਹ ਸਾਰਾ ਕੁਝ ਫਾਇਦੇ ਵਾਲੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੀਆਂ ਆ ਤੇ ਨੁਕਸਾਨ ਉਠਾਉਣ ਵਾਲੀਆਂ ਦੂਜਿਆਂ ਦੀਆਂ। ਇਸੇ ਕਰ ਇਹਨਾਂ ਦੇ ਗੁਆਂਢੀ ਮੁਲਕ ਨੇ ਕਹਿਤਾ, ਮੈਕਸੀਕੋ ਨੇ ਕਿਹਾ ਹਾਂਜੀ ਕਿ ਅਸੀਂ ਪੀਸਫੁਲ ਇੱਕ ਅਮਨ ਸ਼ਾਂਤੀ ਦੀ ਵਾਰਤਾਲਾਪ ਦੇ ਹੱਕ ਦੇ ਵਿੱਚ ਆ ਜੀ। ਉਹਨਾਂ ਨੇ ਕਹਿਤਾ ਕਿ ਯੁੱਧ ਦੇ ਖਿਲਾਫ ਆ, ਉਹ ਯੁੱਧ ਦੇ ਖਿਲਾਫ ਹੈ। ਇਸੇ ਕਰਕੇ ਉਹ ਕਹਿੰਦੇ ਕਿ ਇਹਨਾਂ ਨੇ ਸਾਨੂੰ ਕਹਿਣਾ ਕਿ ਤੁਸੀਂ ਰਸ਼ੀਆ ਦੇ ਖਿਲਾਫ ਹੋ, ਰਾਈਟ? ਹਾਂਜੀ। ਉਹ ਕਹਿੰਦੇ ਅਸੀਂ ਕਿਸੇ ਦੇ ਖਿਲਾਫ ਨਹੀਂ, ਅਸੀਂ ਤਾਂ ਯੁੱਧ ਦੇ ਖਿਲਾਫ ਹਾਂ। ਜੀ ਬਿਲਕੁਲ। ਵੀ ਇਹਨਾਂ ਦੋਹਾਂ ਦੇਸ਼ਾਂ ਨੂੰ ਚਾਹੀਦਾ ਕਿ ਬੈਠ ਕੇ ਗੱਲਬਾਤ ਕਰਨ। ਹੁਣ ਉਹ ਤਾਂ ਹੋਇਆ ਸਟੈਂਡ, ਉਹ ਤਾਂ ਹੋਇਆ ਵੀ ਲੜਾਈ ਖਤਮ ਕਰੋ। ਜਸਟਿਨ ਟਰੂਡੋ ਦਾ ਕੀ ਸਟੈਂਡ ਹੈ? ਇੱਕ ਪਾਸੇ ਤਾਂ ਭੜਕਾਉਣ ਲੱਗੇ ਆ ਸਾਰੇ ਕੈਨੇਡਾ ਦੇ ਵਿੱਚ, ਔਰ ਇਹ ਦਬੋ ਕੇ ਮਰਨ ਵਾਲੀ ਗੱਲ ਹੈ ਇੱਥੇ ਦੇ ਨੁਮਾਇੰਦਿਆਂ ਨੂੰ, ਸਾਡਿਆਂ ਨੂੰ, ਚਾਹੇ MLA ਹੋਣ ਚਾਹੇ MP ਹੋਣ। ਰਸ਼ੀਆ ਦੇ ਲੋਕਾਂ ਤੇ ਇੱਥੇ ਹਮਲੇ ਹੁੰਦੇ ਆ, ਇਹ ਚੁੱਪ ਕਰਕੇ ਬੈਠੇ ਆ, ਕੋਈ ਨਹੀਂ ਬੋਲਿਆ, ਕੋਈ ਇੱਕ ਬੰਦਾ ਨਹੀਂ ਬੋਲਿਆ, ਚਾਹੇ ਕੌਂਸਲਮੈਨ ਹੋਵੇ, ਚਾਹੇ MLA ਹੋਵੇ, ਚਾਹੇ MP ਹੋਵੇ। ਅੱਗੇ ਪਹਿਲਾਂ ਇਹ ਹਮਲੇ ਇਸਲਾਮਿਕ ਲੋਕਾਂ ਤੇ ਹੁੰਦੇ ਸੀ, ਮੁਸਲਮਾਨਾਂ ਤੇ ਹੁੰਦੇ ਸੀ, ਫਿਰ ਹੁਣ ਰਸ਼ੀਅਨ ਲੋਕਾਂ ਤੇ ਹੋਣ ਲੱਗ ਪਏ। ਕੀ ਇਹ ਉਡੀਕਦੇ ਆ ਵੀ ਸਾਡੇ ਤੇ ਜਦੋਂ ਹਮਲੇ ਹੋਣ ਫਿਰ ਕਹਿਣਗੇ ਕਿ ਉਹਨਾਂ ਤੇ ਹੁੰਦੇ ਆ ਜਿਨ੍ਹਾਂ ਨੇ ਕੁੜਤਾ ਪਜਾਮਾ ਪਾਇਆ ਹੈ, ਅਸੀਂ ਕੁੜਤਾ ਪਜਾਮਾ ਨਹੀਂ ਪਾਉਂਦੇ, ਸਾਡੇ ਤੇ ਨਹੀਂ ਹੋਇਆ, ਅਸੀਂ ਚੁੱਪ ਕਰਕੇ ਬੈਠੇ। ਇਹ ਜਦੋਂ ਵੀ ਕਿਸੇ ਤੇ ਹਮਲਾ ਹੁੰਦਾ ਹੈ, ਜਰਮਨੀ ਦੀ ਗੱਲ ਕਰਦੇ ਹੁੰਦੇ ਸੀ ਕਿ ਇੱਕ ਟ੍ਰੇਨ ਦੇ ਵਿੱਚ ਜਦੋਂ ਭਰ ਕੇ ਯਹੂਦੀਆਂ ਨੂੰ ਲੈ ਕੇ ਜਾਂਦੇ ਸੀ, ਸਾਰਿਆਂ ਨੂੰ ਪਤਾ ਹੁੰਦਾ ਸੀ ਇਹ ਹੁਣ ਮਾਰਨ ਚੱਲੇ ਉਹਨਾਂ ਨੂੰ। ਉਹ ਕਨਸੈਂਟਰੇਸ਼ਨ ਕੈਂਪਾਂ ਦੇ ਵਿੱਚ ਲੈ ਕੇ ਜਾਂਦੇ ਹੁੰਦੇ ਸੀ ਤੇ ਉੱਥੇ ਗੈਸ ਚੈਂਬਰ ਬਣਾਏ ਸੀ ਜਿੱਥੇ ਗੈਸ ਛੱਡ ਦਿੱਤੀ ਜਾਂਦੀ ਸੀ। ਇੱਕ ਬੰਦੇ ਨੇ ਲਿਖਿਆ ਕਿ ਮੈਨੂੰ ਕਹਿੰਦਾ ਹੈਰਾਨੀ ਇਸ ਗੱਲ ਦੀ ਆ ਵੀ ਇੱਕ ਵੀ ਬੰਦੇ ਨੇ ਉਂਗਲੀ ਖੜੀ ਨਹੀਂ ਕੀਤੀ, ਕਿਹਾ ਨਹੀਂ ਵੀ ਆਹ ਗੱਲ ਗਲਤ ਹੋ ਰਹੀ ਆ। ਕਹਿੰਦਾ ਚੁੱਪ ਕਰਕੇ ਦੇਖੋ, ਗੱਡੀ ਨੂੰ ਵੀ ਚਲਾ ਰਿਹਾ ਬੰਦਾ, ਰੇਲਵੇ ਸਟੇਸ਼ਨ ਦਾ ਮਾਸਟਰ ਵੀ ਉੱਥੇ ਬੈਠਾ ਆ, ਸਾਰੇ ਅਧਿਕਾਰੀ ਉਹਨਾਂ ਨੂੰ ਜ਼ਬਰਦਸਤੀ ਅੰਦਰ ਗੱਡੀ ਦੇ ਡੱਬਿਆਂ ਦੇ ਵਿੱਚ ਤੁੰਨ ਰਹੇ ਆ। ਸਾਰਿਆਂ ਨੂੰ ਪਤਾ ਵੀ ਇਹਨਾਂ ਨੂੰ ਬੰਦਿਆਂ ਨੂੰ ਮਾਰਨ ਲੈ ਕੇ ਚੱਲੇ ਆ। ਜੇ ਤੁਸੀਂ ਇੱਕ ਬੰਦਾ ਵੀ ਉਂਗਲੀ ਨਹੀਂ ਉਠਾਉਣ ਜੋਗਾ, ਜਿਹਦੀ ਕੌਨਸ਼ੀਅਸ ਨਹੀਂ, ਅਸੀਂ ਇੱਥੇ ਕੋਈ 60 ਸਾਲ ਰਹਿਣਾ, 70 ਸਾਲ ਰਹਿਣਾ, ਤੁਸੀਂ ਅੱਜ ਤੋਂ 1200 ਸਾਲ ਪਹਿਲਾਂ ਜਿਹੜਾ ਪੰਜਾਬ ਦਾ ਬਾਦਸ਼ਾਹ ਹੁੰਦਾ ਸੀ ਉਹਦਾ ਨਾਂ ਦੱਸ ਦਿਓ ਮੈਨੂੰ। MLA ਨੂੰ ਜੇ ਮਨ ਦੇ ਵਿੱਚ ਆ ਜਾਵੇ ਇਹਨਾਂ ਨੇ ਕਦੇ ਸਿਕੰਦਰ ਬਣ ਜਾਣਾ, ਸਿਕੰਦਰ ਕਿਸੇ ਨੇ ਨਹੀਂ ਬਣਨਾ। ਇੱਥੇ TV ਦੇ ਇੱਕ ਹੋਸਟ ਹੁੰਦਾ ਸੀ, ਉਹਦੀ ਇੰਟਰਵਿਊ ਆ ਰਹੀ ਸੀ, ਬਹੁਤ ਦੇਰ ਪਹਿਲਾਂ ਦਾ ਹੁੰਦਾ ਸੀ, ਉਹ ਹਾਸੇ ਵਾਲੀਆਂ ਗੱਲਾਂ ਕਰਦਾ ਹੁੰਦਾ ਸੀ, ਅੱਧੇ ਘੰਟੇ ਦਾ ਸ਼ੋਅ ਸੀ, ਤੇ ਉਹਨੂੰ ਕਹਿੰਦੇ ਵੀ ਮਸ਼ਹੂਰ ਹੋਣ ਦਾ ਤੇਰਾ ਮਾਣ ਹੋਣਾ ਚਾਹੀਦਾ ਤੈਨੂੰ। ਉਹ ਕਹਿੰਦਾ ਨਹੀਂ ਇਹ ਕੋਈ ਗੱਲ ਨਹੀਂ, ਕਹਿੰਦਾ ਇਹ ਥੋੜੇ ਚਿਰ ਜਿੰਨਾ ਚਿਰ ਸ਼ੋਅ ਚੱਲਦਾ ਆ ਉਨਾ ਚਿਰ ਲੋਕਾਂ ਨੂੰ ਪਤਾ ਹੁੰਦਾ ਨਾ। ਮੇਰਾ ਕਹਿੰਦਾ ਸ਼ੋਅ ਤੁਸੀਂ ਬੰਦ ਕਰ ਦਿਓ 6 ਮਹੀਨੇ ਲਈ, ਕਹਿੰਦਾ 7ਵੇਂ ਮਹੀਨੇ ਫਿਰ ਲੋਕੀ ਇਹਦਾ ਪੁੱਛਣ ਲੱਗ ਪਏ ਤੈਨੂੰ ਕਦੇ ਦੇਖਿਆ ਹੈ? ਕਹਿੰਦਾ ਨਾ, ਉਹਨਾਂ ਨੂੰ ਚੇਤੇ ਨਹੀਂ ਹੁੰਦਾ, ਤਾਂ ਉਦਾਂ ਕਹਿਣਗੇ ਯਾਰ ਤੈਨੂੰ ਕਦੇ ਦੇਖਿਆ ਆ।
ਤੇ ਇਹਨਾਂ ਨੂੰ ਲੱਗਦਾ ਵੀ ਇਹਨਾਂ ਸਿਕੰਦਰਾਂ ਨੇ ਇੱਥੇ ਰਹਿ ਜਾਣਾ। ਕਿਹੜਾ ਸਿਕੰਦਰ ਰਹਿ ਜਾਣਾ ਉਹਦੇ ਵਿੱਚੋਂ? ਜੇ ਤੁਸੀਂ ਅੱਜ ਨਹੀਂ ਬੋਲੇ, ਰਸ਼ੀਅਨ ਲੋਕਾਂ ਤੇ ਹਮਲਾ ਹੋ ਰਿਹਾ। ਇੱਕ ਉੱਥੇ ਬ੍ਰਾਜ਼ੀਲ ਦਾ ਆਥਰ ਆ, ਉਸ ਬੰਦੇ ਨੇ ਗੱਲ ਕੀਤੀ, ਕਹਿੰਦਾ ਜਿੱਦਾਂ ਰੂਸੋਫੋਬੀਆ ਚੱਲ ਰਿਹਾ, ਉਹ ਪਹਿਲਾਂ ਸਾਡੇ ਇਸਲਾਮੋਫੋਬੀਆ ਚੱਲਦਾ ਹੁੰਦਾ ਸੀ। ਇਹਨਾਂ ਤੇ ਜਿਹੜਾ ਵੀ ਮੁਸਲਮਾਨ ਉਹਨੂੰ ਸਮਝਦੇ ਕਿ ਬੰਬ ਲਈ ਫਿਰਦਾ ਜੀ, ਮਤਲਬ ਉਹਨਾਂ ਤੇ ਹਮਲੇ ਹੋਏ ਆ, ਸਾਡੇ ਲੋਕਾਂ ਤੇ ਵੀ ਹਮਲੇ ਹੋਏ ਆ ਉਹਦਾ, ਜਿਨ੍ਹਾਂ ਨੇ ਪੱਗ ਬੰਨੀ ਸੀ ਖਾਸ ਤੌਰ ਤੇ। ਪਰ ਜੇ ਅਸੀਂ ਬੋਲਦੇ ਨਹੀਂ, ਅੱਜ ਨਹੀਂ ਬੋਲਦੇ, ਜੇ ਉਹਨਾਂ ਦੇ ਖਿਲਾਫ ਹੁੰਦਾ, ਕੱਲ ਨੂੰ ਸਾਡੇ ਬੰਦਿਆਂ ਦੇ ਖਿਲਾਫ ਹੋਏ, ਕੌਣ ਬੋਲੂਗਾ? ਜੀ ਬਿਲਕੁਲ, ਉਹਨਾਂ ਨੇ ਆਵਾਜ਼ ਉਠਾਈ ਹੈਗੀ। ਆਪਾਂ ਇਹਦੇ ਤੇ ਡਿਟੇਲ ਦੇ ਵਿੱਚ ਗੱਲਬਾਤ ਕਰਾਂਗੇ। ਤੁਸੀਂ ਗੱਲਬਾਤ ਕਰ ਰਹੇ ਸੀ ਰੂਸੋਫੋਬੀਆ ਬਾਰੇ ਕਿ ਇੱਕ ਵਰਲਡ ਫੇਮਸ ਆਥਰ ਹੈਗੇ ਆ ਪਾਓਲੋ ਕੋਇਲੋ, ਉਹਨਾਂ ਨੇ ਹੁਣ ਇਹਦੇ ਅਗੇਂਸਟ ਆਵਾਜ਼ ਉਠਾਈ ਆ, ਕਿਉਂਕਿ ਬਾਕੀ ਸਾਰੇ ਚੁੱਪੀਧਾਰੀ ਬੈਠੇ ਸੀਗੇ। ਇਸ ਬਾਰੇ ਤੁਸੀਂ ਦੱਸੋ ਆਪਣੇ ਸਰੋਤਿਆਂ ਨੂੰ। ਇੱਕ ਤੁਸੀਂ ਨੋਟਿਸ ਕੀਤਾ ਹੋਣਾ ਕਿ ਪਿਛਲੇ ਕੁਝ ਕੁ ਸਮੇਂ ਤੋਂ ਸਾਡੇ ਖਾਸ ਤੌਰ ਤੇ ਮੀਡੀਆ ਦੇ ਵਿੱਚ ਇਹ ਗੱਲ ਠੀਕ ਹੈ ਕਿ ਦੋ ਦੇਸ਼ ਲੜਦੇ ਆ, ਉਹਨਾਂ ਨੇ ਝੂਠ ਬੋਲਣਾ ਹੈ। ਯੂਕਰੇਨ ਨੇ ਆਪਣਾ ਝੂਠ ਬੋਲਣਾ, ਰਸ਼ੀਆ ਨੇ ਆਪਣਾ ਝੂਠ ਬੋਲਣਾ। ਇਹ ਤਾਂ ਸਰਕਾਰਾਂ ਦੀ ਲੜਾਈ ਹੈ ਨਾ ਜੀ। ਆਮ ਯੂਕਰੇਨੀਅਨ ਨੇ ਇਹ ਫੈਸਲਾ ਨਹੀਂ ਕੀਤਾ ਸੀ ਕਿ ਅਸੀਂ ਨੇਟੋ ਨੂੰ ਐਪਲੀਕੇਸ਼ਨ ਕਰਨੀ। ਆਮ ਰਸ਼ੀਅਨ ਨੇ ਇਹ ਫੈਸਲਾ ਨਹੀਂ ਕੀਤਾ ਕਿ ਇਹਨਾਂ ਦੇ ਹਮਲਾ ਕਰਨਾ। ਇਹਨਾਂ ਦਾ ਫੈਸਲਾ ਇੱਕ ਦੂਸਰੇ ਨਾਲ ਲੜਾਈ ਹੋਈ ਹੈ। ਤਾਂ ਉਹਦੇ ਵਿੱਚ ਪੱਛਮੀ ਦੇਸ਼ਾਂ ਨੇ ਯੂਕਰੇਨ ਦੀ ਮਦਦ ਕਰਨੀ ਹੈ ਕਿ ਉਹ ਨੇਟੋ ਦੀ ਮੈਂਬਰਸ਼ਿਪ ਉਹਨਾਂ ਨੇ ਅਪਲਾਈ ਕੀਤੀ ਸੀ। ਹੁਣ ਉਹਦੇ ਲਈ ਰੂਸੋਫੋਬੀਆ ਹੋ ਗਿਆ, ਜਿੱਦਾਂ ਪਹਿਲਾਂ ਇਸਲਾਮੋਫੋਬੀਆ ਸੀ। ਸਾਡੇ ਨਾਲ ਸਿੱਖਾਂ ਨਾਲ ਹੋਇਆ ਇਹ ਗੱਲ। ਤੁਸੀਂ ਦੇਖੋ ਕਿੰਨਾ ਪ੍ਰਚਾਰ ਕੀਤਾ ਗਿਆ ਇੱਕ ਜ਼ਮਾਨੇ ਦੇ ਵਿੱਚ ਕਿ ਸਿੱਖ ਅੱਤਵਾਦੀ ਹੁੰਦੇ ਆ ਜੀ। ਮੈਂ ਤੁਹਾਨੂੰ ਐਗਜ਼ਾਮਪਲ ਦਿੱਤੀ ਸੀ, ਮਿਸਾਲ ਦਿੱਤੀ ਸੀ ਕਿ ਕਿਸੇ ਮੇਰੇ ਦੋਸਤ ਦੀ ਮਦਰ ਜਿਹੜੀ ਪਹਿਲਾਂ ਫੋਨ ਕਰਕੇ ਕਹਿੰਦੀ ਹੁੰਦੀ ਸੀ ਕਿ ਸਿੱਖ ਡਰਾਈਵਰ ਭੇਜੋ, ਉਹ ਕਹਿੰਦੀ ਵੀ ਸਿੱਖ ਡਰਾਈਵਰ ਨਾ ਭੇਜੋ ਜੀ। ਉਹਨੇ ਗੱਲਾਂ ਹੀ ਸੁਣੀਆਂ ਸੀ ਨਾ, ਕੋਈ ਨਹੀਂ, ਇਹਨੂੰ ਫੋਬੀਆ ਕਹਿੰਦੇ ਅਸੀਂ। ਹਾਂਜੀ। ਹੁਣ ਜਦੋਂ ਸਿੱਖਾਂ ਨੂੰ ਮਰਾਇਆ 1984 ਚ ਕਾਂਗਰਸ ਪਾਰਟੀ ਨੇ, ਉਸ ਵੇਲੇ ਦਿੱਲੀ ਦੇ ਵਿੱਚ ਜਿਹੜੀਆਂ ਅਫਵਾਹਾਂ ਫੈਲਦੀਆਂ ਸੀ, ਜਿਹੜੀਆਂ ਫੋਬੀਆ ਚੱਲਦਾ ਸੀ, ਇੱਕ ਗਲਤ ਖਬਰ ਸੀ ਕਿ ਸਿੱਖਾਂ ਨੇ ਦਿੱਲੀ ਦਾ ਸਾਰਾ ਪਾਣੀ ਉਹਦੇ 'ਚ ਜ਼ਹਿਰ ਪਾਤਾ ਲੋਕਾਂ ਨੂੰ, ਮਤਲਬ ਭੜਕਾਉਣ ਲਈ। ਲੋਕਾਂ ਦੇ ਸਾਹਮਣੇ ਅਕਸ ਖਰਾਬ ਕਰਤਾ, ਉਹਨਾਂ ਦਾ ਅਕਸ ਖਰਾਬ, ਮਤਲਬ ਕੋਈ ਪਾਣੀ ਨਹੀਂ ਸੀ ਪੀਂਦਾ ਡਰਦਾ ਕਿ ਸਿੱਖਾਂ ਨੇ ਤੁਹਾਡਾ ਪਾਣੀ ਜਿਹੜਾ ਆ ਉਹ ਇਹਦੇ ਵਿੱਚ ਜ਼ਹਿਰ ਪਾਤੀ ਹੈ। ਹੁਣ ਸਾਡੇ ਨਾਲ ਖੁਦ ਹੋਇਆ ਹੋਵੇ ਔਰ ਸਾਡੇ ਹੀ ਨੁਮਾਇੰਦੇ ਜਿਹੜੇ ਮੂੰਹ ਤੇ ਸ਼ਿਕਲੀ ਲੈ ਕੇ ਬੈਠੇ ਹੋਣ ਕਿ ਰਸ਼ੀਆ ਵਾਲਿਆਂ ਦੇ ਖਿਲਾਫ ਬੋਲਣ, ਜਿਹੜੇ ਇੱਥੇ ਹਮਲੇ ਹੋਏ ਆ ਅਖਬਾਰਾਂ ਵਾਲਿਆਂ ਨੇ ਦਿੱਤੇ ਆ। ਇੱਕ ਵੀ ਇਲੈਕਟਡ ਅਫੀਸ਼ੀਅਲ ਨੇ ਇਸ ਚੀਜ਼ ਦੇ ਉੱਪਰ ਕੋਈ ਸਟੇਟਮੈਂਟ ਨਹੀਂ ਦਿੱਤੀ, ਕੋਈ ਗੱਲਬਾਤ, ਮੂੰਹ ਬੰਦ ਕਰਕੇ ਬਹਿ ਗਏ ਨਾ ਸਿਕੰਦਰ ਜਿਹੜੇ ਸਾਡੇ ਆ, ਕਿਸੇ ਨੇ ਕੋਈ ਗੱਲ ਨਹੀਂ ਕੀਤੀ। ਹੁਣ ਇੰਡੀਆ ਤੇ ਪਾਕਿਸਤਾਨ ਦੀ ਗੱਲ ਕਰ ਲੈਂਦੇ। ਇੰਡੀਆ ਦੇ ਤਾਂ ਪਾਕਿਸਤਾਨ ਦੀ ਐਸਟੈਬਲਿਸ਼ਮੈਂਟ ਦੀ ਲੜਾਈ ਆ, ਲੋਕਾਂ ਦੀ ਤਾਂ ਲੜਾਈ ਨਹੀਂ। ਹੁਣ ਜੇ ਸਾਡੇ ਖਿਲਾਫ ਜਿਹੜੇ ਉੱਥੇ ਪਾਕਿਸਤਾਨ ਦੇ ਵਿੱਚ ਹੋਣਾ ਕਿ ਇੰਡੀਅਨ ਇਦਾਂ ਆ, ਇੰਡੀਅਨ ਉਹ ਆ, ਇੰਡੀਅਨ ਉਹ ਆ, ਜਦੋਂ ਇੱਕ ਦੂਸਰੇ ਦੇ ਲੋਕੀ ਆਉਂਦੇ ਜਾਂਦੇ ਨੇ, ਲਹਿੰਦੇ ਪੰਜਾਬ ਦਾ ਹੋਵੇ, ਚੜ੍ਹਦੇ ਪੰਜਾਬ ਦਾ ਹੋਵੇ, ਸਾਡੀ ਬੋਲੀ ਸਾਂਝੀ ਆ, ਅਸੀਂ ਸਾਂਝੀਆਂ ਖੇਡਾਂ ਖੇਲਦੇ ਆ। ਹੁਣ ਪਿੱਛੇ ਜਿਹਾ ਇੱਕ ਮੂਵੀ ਬਣੀ ਸੀ, ਦੋਹਾਂ ਪੰਜਾਬਾਂ ਦੇ ਐਕਟਰਸ ਨੇ ਇਕੱਠੀ ਬਣਾਈ, ਉਹ ਲੰਡਨ ਦੇ ਵਿੱਚ ਮੂਵੀ ਬਣਾਈ ਹੈ ਐਕਚੁਅਲੀ, ਚੱਲ ਮੇਰਾ ਪੁੱਤ। ਹਾਂਜੀ। ਉਹਦੀ ਇੰਨੀ ਕੰਟਰੋਵਰਸੀ ਚੱਲੀ, ਪਹਿਲਾਂ ਉਹਨੂੰ ਪਾਕਿਸਤਾਨ 'ਚ ਬੈਨ ਕੀਤਾ ਸੀ, ਫਿਰ ਹੁਣ ਇੰਡੀਆ 'ਚ ਕਰ ਦਿੱਤਾ। ਸੈਕੰਡ ਉਹਦੀ ਵਰਜਨ ਆਇਆ, ਪਾਰਟ 2। ਮਤਲਬ ਉਹਦਾ ਇੱਕ ਸਾਡਾ ਜਿਹੜਾ ਪੰਜਾਬੀ ਸਾਡੀ ਕੌਮ ਆ, ਉਹ ਜ਼ਿਆਦਾ ਤੌਰ ਤੇ ਲਹਿੰਦੇ ਪੰਜਾਬ ਦੇ ਵਿੱਚ ਆ, ਵੱਡੀ ਗਿਣਤੀ ਦੇ ਵਿੱਚ। ਅਸੀਂ ਥੋੜੇ ਜਿਹੇ ਚੜ੍ਹਦੇ ਪੰਜਾਬ ਦੇ ਵਿੱਚ। ਪਰ ਜੇ ਸਾਂਝ ਪਾਉਣੀ ਆ, ਜੇ ਅਮਨ ਸ਼ਾਂਤੀ ਦੀ ਗੱਲ ਕਰਨੀ ਆ, ਸਭ ਤੋਂ ਪਹਿਲਾਂ ਇਹੀ ਗੱਲ ਸਿਖਾਉਂਦੇ ਹੁੰਦੇ ਇੰਟਰਨੈਸ਼ਨਲ ਰਿਲੇਸ਼ਨ ਦੇ ਵਿੱਚ ਕਿ ਤੁਸੀਂ ਜਿਹੜੇ ਗਾਣੇ ਗਾਉਣ ਵਾਲੇ ਆ, ਸੱਭਿਆਚਾਰਕ ਗੱਲਾਂ ਕਰਦੇ ਆ, ਕੋਈ ਫਿਲਮਾਂ ਬਣਾਉਣ ਵਾਲੇ ਆ, ਕੋਈ ਨਾਟਕ ਕਰਨ ਵਾਲੇ ਆ, ਕੋਈ ਉਹਨਾਂ ਨੂੰ ਆਉਣ ਜਾਣ ਦਿਓ। ਜੇ ਅਸੀਂ ਉੱਥੇ ਦੇ ਗਾਉਣ ਵਾਲਿਆਂ ਨੂੰ ਸੁਣਦੇ ਆ, ਉਹ ਸਾਡੇ ਗਾਉਣ ਵਾਲਿਆਂ ਨੂੰ ਸੁਣਦੇ, ਨੇੜਤਾ ਪੈਦਾ ਹੁੰਦੀ ਹੈ। ਖੇਡਾਂ ਕਰਾਓ ਇਹਨਾਂ ਦੀਆਂ,
ਲਹਿੰਦੇ ਪੰਜਾਬ ਵਾਲੇ ਵੀ ਕਬੱਡੀ ਖੇਡਦੇ ਆ, ਚੜ੍ਹਦੇ ਪੰਜਾਬ ਵਾਲੇ ਵੀ ਕਬੱਡੀ ਖੇਡਦੇ ਆ ਜੀ। ਜਦੋਂ ਕਬੱਡੀ ਦੀ ਮੈਚ ਹੁੰਦਾ, ਚਲੋ ਰਾਈਵਲਰੀ ਤਾਂ ਹੁੰਦੀ ਹੈ, ਪਰ ਨਾਲ ਦੀ ਨਾਲ ਦੋਸਤੀ ਵੀ ਹੁੰਦੀ ਹੈ ਹਾਂਜੀ ਉਹਦੇ ਵਿੱਚ। ਸੋ ਫਿਰ ਟ੍ਰੇਡ ਕਹਿੰਦੇ ਹੁੰਦੇ, ਟ੍ਰੇਡ ਕਰੋ ਤੁਸੀਂ। ਜਦੋਂ ਜਿਹੜਾ ਵਪਾਰੀ ਆ ਉਹ ਤਾਂ ਨਹੀਂ ਚਾਹੁੰਦਾ ਕਿ ਸਾਡੀ ਲੜਾਈ ਹੋਵੇ। ਹਾਂ, ਕਈ ਵਾਰੀ ਉਹਨਾਂ ਦੇ ਮਨ ਚ ਆਉਂਦਾ ਵੀ ਅਸੀਂ ਇਕੱਲੇ ਆਪਣਾ ਸਮਾਨ ਅਸੀਂ ਵੇਚੀਏ, ਇਸ ਕਰਕੇ ਲੜਾਈ ਹੁੰਦੀ ਹੈ ਦੇਸ਼ਾਂ ਦੀ। ਕਿ ਜਦੋਂ ਟ੍ਰੇਡ ਵਾਰਜ਼ ਕਹਿੰਦੇ ਹੁੰਦੇ ਕਿ ਨਾ ਲੱਗਦੀਆਂ, ਤਾਂ ਉਸ ਅਸਲੀ ਵਾਰ ਲੱਗ ਜਾਂਦੀ ਉਸ ਤੋਂ ਬਾਅਦ ਜੀ। ਇਸ ਗੱਲ ਤੇ ਲੱਗਦੀ ਕਿ ਉਹਨਾਂ ਨੂੰ ਹੁੰਦਾ ਵੀ ਸਾਡੀ ਚੀਜ਼ ਵਿਕੀ ਜਾਵੇ, ਦੂਸਰਿਆਂ ਦੀ ਨਾ ਵਿਕੇ। ਪਰ ਜੇ ਤੁਸੀਂ ਕਿਸੇ ਨੂੰ ਚੀਜ਼ ਭੇਜਦੇ ਆ, ਫਿਰ ਕੁਝ ਲੈਣੇ ਆ, ਤਾਂ ਉਹਦੇ ਦੇ ਵਿੱਚ ਤਾਂ ਸਦਭਾਵਨਾ ਵੱਧਦੀ ਆ। ਹਾਂਜੀ। ਸੋ ਇਹ ਜਿਹੜੀ ਅੱਜ ਹੁਣ ਚੱਲ ਰਹੀ ਹੈ ਯੂਕਰੇਨ ਤੇ ਰਸ਼ੀਆ ਦੀ ਲੜਾਈ, ਇਹਦੇ ਵਿੱਚ ਸਭ ਤੋਂ ਪਹਿਲੀ ਵੱਡੀ ਗੱਲ ਇਹ ਆ ਕਿ ਉਹਨਾਂ ਦੋਹਾਂ ਲੋਕਾਂ ਦਾ, ਯੂਕਰੇਨੀਅਨ ਲੋਕਾਂ ਦਾ, ਰਸ਼ੀਅਨ ਲੋਕਾਂ ਦਾ ਕੋਈ ਕਸੂਰ ਨਹੀਂ। ਆਮ ਲੋਕਾਂ ਨੂੰ ਸਫਰ ਬਹੁਤ ਕਰਨਾ ਪੈ ਰਿਹਾ ਪਰ ਉਹ ਮਾਰਤਾ ਹੋ ਰਹੇ ਨੇ, ਸ਼ਰਨਾਰਥੀ ਉਹ ਬਣ ਰਹੇ ਨੇ ਜੀ। ਫੂਕ ਇਧਰ ਇਹ ਦੇ ਰਹੇ ਆ, ਜਸਟਨ ਟਰੂਡੋ ਦੇ ਕੇ ਆਇਆ ਉਹਨਾਂ ਨੂੰ, ਜੋ ਬਾਈਡਨ ਦੇ ਰਹੇ ਆ। ਇਹ ਉਹਨਾਂ ਦੇ ਹੱਕ ਤੇ ਜਾ ਕੇ ਖੜੇ ਉੱਥੇ? ਬਿਲਕੁਲ ਨਹੀਂ। ਗੱਲਾਂ ਬਾਤਾਂ ਔਰ ਗੱਲਾਂ ਬਾਤਾਂ ਦੇ ਵਿੱਚ ਜਿਹੜੀ ਡੇਂਜਰਸ ਗੱਲ ਹੋਣ ਲੱਗੀ ਹੈ, ਇੱਕ ਤਾਂ ਰੂਸੋਫੋਬੀਆ, ਦੂਸਰਾ ਆਫੀਸ਼ੀਅਲੀ ਤੌਰ ਤੇ ਉਹ ਕਹਿ ਰਹੇ ਆ। ਹੁਣ ਜ਼ਕਰਮੈਨ ਦੀ ਸਟੇਟਮੈਂਟ ਪੜ੍ਹ ਕੇ ਦੇਖੋ ਤੁਸੀਂ, ਉਹਨਾਂ ਨੇ ਲਿਖਿਆ ਆ ਕਿ ਫੇਸਬੁੱਕ, ਇੰਸਟਾਗ੍ਰਾਮ, WhatsApp ਵਗੈਰਾ ਉਹ ਕੰਪਨੀਆਂ ਕੰਟਰੋਲ ਕਰਦੇ ਆ। ਹਾਂਜੀ। ਮੈਟਾ ਨੇ ਆਪਣੀ ਉਹ ਸੈਂਸਰਸ਼ਿਪ ਨੂੰ ਲੈ ਕੇ ਗਾਈਡਲਾਈਨਸ ਹੀ ਚੇਂਜ ਕਰ ਦਿੱਤੀ। ਗਾਈਡਲਾਈਨ ਇਹ ਚੇਂਜ ਕਰਦੇ, ਜੇ ਕਹਿੰਦਾ ਵੀ ਰੂਸ ਦੇ ਖਿਲਾਫ ਬੋਲਦੇ ਆ, ਉਹ ਹੇਟ ਕ੍ਰਾਈਮ ਨਹੀਂ। ਮਤਲਬ ਜੇ ਤੁਸੀਂ ਨਫ਼ਰਤ ਇੱਕ ਕੌਮ ਦੇ ਖਿਲਾਫ ਕਰਦੇ ਆ, ਜੇ ਸਾਨੂੰ ਉੱਥੇ ਹਿੰਦੁਸਤਾਨ ਚ ਕਹਿ ਦੇਣ ਜੇ ਤੁਸੀਂ ਸਿੱਖਾਂ ਦੇ ਖਿਲਾਫ ਬੋਲਦੇ ਆ ਤਾਂ ਜਾਂ ਪੰਜਾਬੀਆਂ ਦੇ ਖਿਲਾਫ ਬੋਲਦੇ ਆ, ਫਿਰ ਇਹ ਹੇਟ ਕ੍ਰਾਈਮ ਨਹੀਂ ਹੈ। ਪਰ ਜਦੋਂ ਕਿਸੇ ਜਿਵੇਂ ਹੇਟ ਸਪੀਚ ਦੀ, ਤੁਸੀਂ ਹੇਟ ਕ੍ਰਾਈਮ ਦੀ ਗੱਲ ਕਰ ਰਹੇ ਹੋ, ਹੁਣ ਜੇ ਹੇਟ ਸ਼ਬਦ ਹੀ ਕਿਸੇ ਚੀਜ਼ ਦੇ ਅੱਗੇ ਲੱਗ ਗਿਆ, ਫੇਰ ਤਾਂ ਹੇਟ ਹੀ ਹੋਈ ਨਾ। ਨਫ਼ਰਤ ਹੈ। ਹਾਂਜੀ। ਹੁਣ ਨਫ਼ਰਤ ਕਿਉਂ ਹੋਈ ਆ, ਕਿਹੜੇ ਵੇਲੇ ਹੋਈ ਆ? ਇਹੀ ਲੋਕ ਜਿਹੜੇ 1991 ਦੇ ਵਿੱਚ ਜਦੋਂ ਸੋਵੀਅਤ ਯੂਨੀਅਨ ਟੁੱਟਿਆ, ਉਦੋਂ ਇਹ ਵੈਲਕਮ ਕਰਦੇ ਸੀ, ਸਵਾਗਤ ਕਰਦੇ ਸੀ ਕਿ ਰਸ਼ੀਆ ਵਾਲਿਆਂ ਦੇ ਡੈਮੋਕ੍ਰੇਸੀ ਆ ਗਈ ਹੈ। ਬੋਰਿਸ ਯੈਲਟਸਿਨ ਉਹਨਾਂ ਦੇ ਪ੍ਰੈਜ਼ੀਡੈਂਟ ਬਣੇ ਆ, ਬੜੇ ਖੁਸ਼ੀ ਨਾਲ ਉਹਨਾਂ ਨੂੰ ਸਾਦੇ ਸੀ, ਬੜੇ ਖੁਸ਼ੀ ਨਾਲ ਆਉਂਦੇ ਸੀ। ਉਸ ਵੇਲੇ ਇੱਕਦਮ ਰਸ਼ੀਅਨ ਲੋਕਾਂ ਦਾ ਇਮੇਜ ਅਕਸ ਜਿਹੜਾ ਬਦਲ ਗਿਆ। ਹੁਣ ਪਿਊਟਨ ਨੇ ਇਹਨਾਂ ਦੀ ਜਿਹੜੀ ਐਕਸਪੈਂਸ਼ਨਿਜ਼ਮ ਚੱਲਦੀ ਸੀ, ਪੋਲੈਂਡ ਨੂੰ ਇਹਨਾਂ ਨੇ ਬਣਾ ਲਿਆ ਨੇਟੋ ਦਾ ਮੈਂਬਰ, ਹੰਗਰੀ ਨੂੰ ਬਣਾ ਲਿਆ, ਵੀ ਇਹ ਤਾਂ ਵੱਧਦੇ ਹੀ ਆ ਰਹੇ ਆ। ਅਜੇ ਵੀ ਇਹਨਾਂ ਦੇ ਮਨ ਦੇ ਵਿੱਚ ਉਹੀ ਪੁਰਾਣੀਆਂ ਗੱਲਾਂ ਆ। ਉਹਨਾਂ ਨੇ ਨਵੀਂ ਲੜਾਈ ਸ਼ੁਰੂ ਕਰ ਲਈ। ਹੁਣ ਉਹਨਾਂ ਲੋਕਾਂ ਦੇ ਖਿਲਾਫ ਜਿਹੜੀ ਹੇਟ ਪ੍ਰੋਪੇਗੈਂਡਾ ਚੱਲ ਰਿਹਾ, ਉਹਨੂੰ ਇਹ ਕਹਿਣ ਕਿ ਇਹ ਠੀਕ ਆ, ਆਪਣੀਆਂ ਗਾਈਡਲਾਈਨਸ ਬਣਾ ਲਈਆਂ ਵੀ ਆਪੇ ਡਿਸਾਈਡ ਕਰ ਲੈ। ਇਹ ਕੋਈ ਸੰਵਿਧਾਨ ਤਾਂ ਦੁਨੀਆ ਦਾ ਹੈ ਨਹੀਂ ਵੀ ਜੇ ਤੇ ਲਿਖਿਆ ਹੋਵੇ ਵੀ ਇਕੱਲੇ ਰਸ਼ੀਅਨ ਦੇ ਖਿਲਾਫ ਹੀ ਅੱਜ, ਕੱਲ ਨੂੰ ਕਿਸੇ ਦੇ ਹੋਰ ਦੇ ਖਿਲਾਫ ਹੋਣਾ ਜੀ। ਆਪਣੇ ਆਪ ਤੇ ਕਦੇ ਪੀੜੇ ਦੇ ਥੱਲੇ ਸੋਟੀ ਫਿਰ ਕੇ ਦੇਖੋ ਕਿ ਇੱਥੇ ਰਹਿੰਦੇ ਆ, ਘੱਟ ਗਿਣਤੀ ਆ, ਤੁਹਾਡੇ ਪੀੜੇ ਤੁਹਾਡੇ ਖਿਲਾਫ ਵੀ ਪ੍ਰਚਾਰ ਹੋਣਾ ਹੈ। BC ਸਰਕਾਰ ਨੇ ਹੁਣੇ ਇੱਕ ਪਾਰਲੀਮੈਂਟਰੀ ਸੈਕਟਰੀ ਬਣਾਈ ਇੱਥੇ, ਉਹਨਾਂ ਨੂੰ ਕਿਹਾ ਐਂਟੀ ਰੇਸਿਜ਼ਮ। ਮੈਂ ਸਵਾਲ ਪੁੱਛਿਆ ਸੀ ਕਿ ਐਂਟੀ ਰੇਸਿਜ਼ਮ ਪਾਰਲੀਮੈਂਟਰੀ ਸੈਕਟਰੀ ਹੈ ਕਿ ਤੁਸੀਂ ਪ੍ਰੋ ਰੇਸਿਜ਼ਮ, ਫਾਰ ਰੇਸਿਜ਼ਮ ਹੈ, ਮਤਲਬ ਨਸਲਵਾਦ ਦੇ ਹੱਕ 'ਚ ਆ ਜਾਂ ਵਿਰੋਧ ਦੇ ਵਿੱਚ ਆ? ਉਹਨਾਂ ਨੇ ਮੇਰੇ ਈਮੇਲ ਦਾ ਤਾਂ ਜਵਾਬ ਦਿੱਤਾ ਨਹੀਂ, ਇਦਾਂ ਹੀ ਪਰ ਮੈਂ ਫਿਰ ਇਹੀ ਸਮਝਦਾ ਕਿ ਰੇਸਿਜ਼ਮ ਨੂੰ ਭੜਕਾਉਣ ਲਈ ਤੁਹਾਨੂੰ ਪਾਰਲੀਮੈਂਟਰੀ ਸੈਕਟਰੀ ਮੋਹਰਾ ਬਣਾਇਆ ਹੈ। ਇਹ ਆਪਣੀ ਲਾਈਫ ਬਾਰੇ ਸੋਚ ਲਓ। ਤੁਸੀਂ ਇੱਥੇ ਸਦਾ ਲਈ ਸਿਕੰਦਰ ਨਹੀਂ ਆ ਰਹੇ, ਜਾਂ ਸਿਕੰਦਰ ਨੇ ਮਰਨ ਲੱਗੇ ਨੇ ਆਪਣੀ ਵੈਲ ਹੁਣ ਉਹ ਅਥੈਂਟੀਕੇਟ ਕੀਤੀ ਹੈ। ਉਹ ਕਹਿੰਦਾ ਸੀ ਕਿ ਮੇਰੀਆਂ ਬਾਹਾਂ ਕਹਿੰਦਾ ਮੇਰੇ ਕੌਫਨ ਤੋਂ ਬਾਹਰ ਲਟਕਾ ਦਿਓ, ਲੋਕਾਂ ਨੂੰ ਪਤਾ ਲੱਗੇ ਕਿ ਦੁਨੀਆ ਜਿੱਤਣ ਵਾਲਾ ਸਿਕੰਦਰ ਖਾਲੀ ਹੱਥੀ ਚੱਲਿਆ ਜੀ। ਫਿਰ ਉਹ ਕਹਿੰਦਾ ਸੀ ਮੇਰੀ ਅਰਥੀ ਉਹ ਚੱਕਣ ਬੰਦੇ ਜਿਹੜੇ ਮੇਰੇ ਹਕੀਮ ਆ, ਸਭ ਤੋਂ ਕਹਿੰਦਾ ਪਾਵਰਫੁਲ ਹਕੀਮ ਜਨਾਨੀ ਹੁੰਦੇ ਸੀ ਜਿਹੜੇ, ਉਹ ਮੇਰੇ ਨਾਲ ਉਹਦੀ ਜਿਹੜੀ ਕੌਫਨ ਚੱਕਦੇ ਆ, ਜਿੱਦਾਂ ਅਰਥੀ ਚੱਕਦੇ ਸੀ,
ਉਹ ਇਹ ਦੱਸਣ ਲਈ ਕਿ ਜਦੋਂ ਮੌਤ ਆਉਣੀ ਆ ਇਹਨਾਂ ਨੇ ਵੀ ਬਚਾਉਣ ਜੋਗੇ ਹੈ ਨਹੀਂ। ਡਾਕਟਰ ਵੀ ਮਰਦੇ ਹੀ ਆ ਜੀ, ਸਿਹਤ ਵਿਗਿਆਨੀ ਮਰ ਜਾਂਦੇ ਜਿਹੜੇ ਪਾਵਰਫੁਲ ਸਿਹਤ ਵਿਗਿਆਨੀ ਹੁੰਦੇ ਆ। ਸੋ ਇਹ ਆਪਣੇ ਤੁਸੀਂ ਸਿਕੰਦਰ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਆ ਗਿਆ, ਲੋਕਾਂ ਨੇ ਚੁਣ ਦਿੱਤਾ ਕਿਸੇ ਨੂੰ MLA, ਕਿਸੇ ਨੂੰ ਹੋ ਸਕਦਾ ਉਹਨਾਂ ਨੇ ਦੂਜੀ ਪਾਰਟੀ ਦੇ ਖਿਲਾਫ ਹੀ ਤੁਹਾਨੂੰ ਚੁਣਿਆ ਹੋਵੇ। ਹਮੇਸ਼ਾ ਜਿਹੜੀ ਪਾਰਟੀ ਜੇ ਕੋਈ ਚੁਣ ਹੁੰਦਾ ਤਕਰੀਬਨ ਉਹ ਇਸ ਕਰਕੇ ਨਹੀਂ ਚੁਣ ਹੁੰਦਾ ਕਿ ਉਹ ਬਹੁਤ ਵੱਡਾ ਐਲਬਰਟ ਆਇਨਸਟਾਈਨ ਬਣ ਗਿਆ ਹੈ। ਇਹ ਦਿਮਾਗ ਦੇ ਵਿੱਚ ਸ਼ਾਇਦ ਆ ਜਾਂਦੀ ਹੋਣੀ। ਅੱਜ ਭਗਵੰਤ ਮਾਨ ਦੇ ਮਨ ਦੇ ਵਿੱਚ ਇਹ ਹੋਣਾ ਕਿ ਮੈਂ ਸ਼ਰਾਬ ਪੀਂਦਾ ਦੇਖ ਲਓ ਆਇਨਸਟਾਈਨ ਨੂੰ ਥੱਲੇ ਸੁੱਟ ਗਿਆ। ਇਹ ਦਿਮਾਗ ਦੇ ਵਿੱਚ ਇਹ ਸੋਚਣ ਵਾਲੀ ਗੱਲ ਹੀ ਆ ਕਿ ਤੁਸੀਂ ਮੂੰਹ ਖੋਲੋ, ਇਹ ਗੱਲ ਕਰੋ ਕਿ ਰੂਸੀ ਲੋਕਾਂ ਦਾ ਇਹਦੇ ਵਿੱਚ ਕੋਈ ਕਸੂਰ ਨਹੀਂ। ਹਾਂ, ਉੱਥੇ ਦੀ ਗਵਰਨਮੈਂਟ ਦੇ ਖਿਲਾਫ ਬੋਲਣਾ, ਬੋਲੀ ਚੱਲੋ ਜੀ। ਸਾਨੂੰ ਜਿਹੜਾ ਪ੍ਰੋਪੇਗੈਂਡਾ ਮਿਲ ਰਿਹਾ ਇਸ ਵੇਲੇ ਉਹ ਸਾਰੇ ਦਾ ਸਾਰਾ ਜਿਹੜਾ ਯੂਕਰੇਨੀਅਨ ਸਾਈਡ ਤੋਂ ਮਿਲਦਾ। ਅਸੀਂ ਜਿਹੜੇ ਬੰਦੇ ਸਮਝਦੇ ਹਾਂ ਕਿ ਇਹ ਲੜਾਈ ਦੇ ਵਿੱਚ ਉਹ ਪੁਰਾਣੀ ਗੱਲ, ਠੀਕ ਗੱਲ ਆ, ਪਹਿਲੀ ਮੌਤ ਸੱਚ ਦੀ ਹੁੰਦੀ। ਉਹ ਗੱਲ ਠੀਕ ਹੈ ਕਿ ਯੂਕਰੇਨੀਅਨ ਸਾਈਡ ਦਾ ਦਿੱਤਾ, ਦੂਸਰੀ ਸਾਈਡ ਨੇ ਵੀ ਕਿਹੜੀ ਸੱਚ ਦੱਸਣੀ। ਪਿਊਟਨ ਨੇ, ਰਸ਼ੀਅਨ ਗਵਰਨਮੈਂਟ ਨੇ, ਉਹਨਾਂ ਨੇ ਜਿਹੜਾ ਪ੍ਰੋਪੇਗੈਂਡਾ ਕਰਨਾ ਉਹ ਵੀ ਝੂਠ ਬੋਲਣਾ। ਹਾਂ, ਅਸੀਂ ਉਹਨਾਂ ਦਾ ਝੂਠ ਜਿਹੜਾ ਬੋਲਿਆ ਉਹ ਵੀ ਪੜ੍ਹ ਲੈਂਦੇ ਹਾਂ, ਅਸੀਂ ਯੂਕਰੇਨ ਵਾਲਿਆਂ ਦਾ ਵੀ ਪੜ੍ਹ ਲੈਂਦੇ ਹਾਂ। ਪਰ ਜਿਹੜੇ ਬੰਦੇ ਸਿਰਫ ਤੇ ਸਿਰਫ ਕੈਨੇਡੀਅਨ ਸੋਰਸਸ ਹੀ ਪੜ੍ਹਦੇ ਆ ਜਾਂ ਅਮਰੀਕਨ ਸੋਰਸਸ ਹੀ ਪੜ੍ਹਦੇ ਆ, ਉਹਨਾਂ ਨੂੰ ਨਹੀਂ ਪਤਾ ਲੱਗਣਾ ਵੀ ਦੂਸਰੀ ਸਾਈਡ ਕਿਹੜੀ ਝੂਠ ਬੋਲ ਰਹੀ। ਪਰ ਜੇ ਤੁਸੀਂ ਆਪਣੀ ਸਾਈਡ ਨੂੰ ਇੱਕ ਕਦਮ ਹੋਰ ਅੱਗੇ ਲੈ ਗਏ ਕਿ ਰਸ਼ੀਅਨ ਲੋਕਾਂ ਨੂੰ, ਨਾ ਕਿ ਰਸ਼ੀਅਨ ਗਵਰਨਮੈਂਟ ਦੀ ਗੱਲ ਕਰਦੇ ਹਾਂ, ਐਸਟੈਬਲਿਸ਼ਮੈਂਟ ਦੀ ਗੱਲ ਨਹੀਂ ਕੀਤੀ, ਰਸ਼ੀਅਨ ਲੋਕਾਂ ਨੂੰ ਟਾਰਗੇਟ ਕੀਤਾ ਜਾਵੇ ਔਰ ਉਹਨਾਂ ਦੇ ਖਿਲਾਫ ਹੇਟ ਕ੍ਰਾਈਮ ਠੀਕ ਹੈ। ਜੇ ਉਹਨਾਂ ਦੇ ਖਿਲਾਫ ਨਫ਼ਰਤ ਭਰੀ ਸਪੀਚ ਕਰਦੇ ਆ, ਉਹਨਾਂ ਦੇ ਇੱਥੇ ਵਿਕਟੋਰੀਆ ਦੇ ਵਿੱਚ, ਇੱਥੇ ਵੈਨਕੂਵਰ ਚ, ਕੈਲਗਰੀ, ਟੋਰਾਂਟੋ, ਮੌਂਟਰੀਅਲ ਦੇ ਵਿੱਚ ਉਹਨਾਂ ਦੇ ਜਿਹੜਾ ਚਰਚ ਆ ਉਹਦੇ ਤੇ ਇੱਥੇ ਪੇਂਟ ਸਿੱਟਿਆ ਆਇਆ ਸੀ, ਉਹਨਾਂ ਨੂੰ ਵੈਂਡਲਿਜ਼ਮ ਕੀਤਾ ਹੈ ਜੀ। ਫਿਰ ਰਸ਼ੀਅਨ ਲੋਕਾਂ ਦੇ ਖਿਲਾਫ ਵੈਸੇ ਵੀ ਲੋਕੀ ਜ਼ਿਆਦਾ ਹੋਏ ਆ। ਮੇਰੇ ਗੁਆਂਢ ਦੇ ਵਿੱਚ ਰਸ਼ੀਅਨ ਬੰਦਾ ਰਹਿੰਦਾ, ਉਹ ਕਹਿੰਦਾ ਇੱਥੇ ਕਹਿੰਦਾ ਇਹ ਹਾਲਾਤ ਬਣੀ ਜਾਂਦੇ, ਮੈਨੂੰ ਲੱਗਦਾ ਮੈਨੂੰ ਜਾਣਾ ਹੀ ਪੈਣਾ ਇੱਥੋਂ। ਡਰ ਪੈਦਾ ਹੋ ਗਿਆ ਉਹਦੇ ਮਨ ਦੇ ਵਿੱਚ, ਕਿਉਂਕਿ ਕਿਸੇ ਨੇ ਆਵਾਜ਼ ਹੀ ਨਹੀਂ ਨਾ ਉਠਾਈ ਹੈ। ਕਿੰਨੇ ਹਮਲੇ ਹੋਏ ਆ, ਕਿਸੇ ਨੇ ਇੱਕ ਬੰਦੇ ਨੇ, ਜਿਹੜਾ ਬੰਦੇ ਨੂੰ ਅਸੀਂ ਜ਼ਿੰਮੇਵਾਰ ਸਮਝਦੇ ਹਾਂ ਜੀ, ਇਹ ਜ਼ਿੰਮੇਵਾਰੀ ਆ ਕਿ ਤੁਸੀਂ ਬੋਲਣਾ ਚਾਹੀਦਾ ਕਿ ਕੱਲ ਨੂੰ ਤੁਹਾਡੇ ਨਾਲ ਹੋ ਸਕਦੀ ਹੈ। ਸਿੱਧੀ ਗੱਲ ਤਾਂ ਇਹ ਹੈ ਜੀ, ਕਿਉਂਕਿ ਇੱਥੇ ਸਾਡੀ ਮੈਜੋਰਟੀ ਨਹੀਂ, ਇੱਥੇ ਅਸੀਂ ਸਰਕਾਰ ਨਹੀਂ ਕੰਟਰੋਲ ਕਰਦੇ। ਇਹ ਸਰੀ ਵਾਲੇ ਲੋਕਾਂ ਦੇ ਦਿਮਾਗ ਦੇ ਵਿੱਚ ਹੀ ਪਿਆ, ਸਰਕਾਰ ਨਹੀਂ ਅਸੀਂ ਕੰਟਰੋਲ ਕਰਦੇ। ਸਰਕਾਰ ਤਾਂ ਹੋਰ ਹੀ ਕੰਟਰੋਲ ਕਰਦੀ ਹੈ, ਐਸਟੈਬਲਿਸ਼ਮੈਂਟ ਜਿਹੜੀ ਕੰਟਰੋਲ ਕਰਦੀ ਹੈ। ਪਰ ਜਿਹੜੇ ਬੰਦੇ ਤੁਸੀਂ ਚੁਣੇ ਆ, ਉਹਨਾਂ ਨੂੰ ਤੁਸੀਂ ਕਹਿੰਦੇ ਆ ਕਿ ਸਾਡੇ ਹੱਕਾਂ ਦੀ ਰਾਖੀ ਕਰਨਗੇ। ਸਾਡੇ ਹੱਕਾਂ ਦੀ ਰਾਖੀ ਕਿੱਥੋਂ ਕਰਨਗੇ? ਇੱਥੇ ਬਲੀਜ਼ ਇੱਕ ਮੁਲਕ ਹੈ ਮੈਕਸੀਕੋ ਤੋਂ ਥੱਲੇ ਜਾ ਕੇ, ਪਹਿਲਾਂ ਇਹਨੂੰ ਹੰਡੂਰਾਸ ਕਹਿੰਦੇ ਹੁੰਦੇ ਸੀ, ਬ੍ਰਿਟਿਸ਼ ਹੰਡੂਰਾਸ ਕਹਿੰਦੇ ਹੁੰਦੇ ਸੀ। ਇੱਥੋਂ ਇੱਕ ਡੈਲੀਗੇਸ਼ਨ ਲੈ ਕੇ ਗਏ ਇੰਡੀਅਨ ਬੰਦਿਆਂ ਦਾ, ਅੰਗਰੇਜ਼, ਕਿ ਤੁਸੀਂ ਇੱਥੋਂ ਕੈਨੇਡਾ ਛੱਡ ਕੇ ਬਲੀਜ਼ ਦੇ ਵਿੱਚ ਚਲ ਜਾਓ। ਹੁਣ ਸਾਰੇ ਖਰੀਦੇ ਹੋਏ ਬੰਦੇ ਸੀ, ਜਿੱਦਾਂ ਸਾਡੇ MLA MPs ਆ ਇੱਥੇ, ਇਹ ਖਰੀਦੇ ਹੋਏ ਬੰਦੇ ਆ, ਚੁੱਪ ਕਰਕੇ ਬੈਠੇ, ਮੂੰਹ ਤੇ ਛਿੱਕੜੀ ਲਾ ਕੇ ਬੈਠੇ। ਉਹਨਾਂ ਨੇ ਸਾਰਿਆਂ ਨੇ ਕਹਿਤਾ, ਇੱਕ ਬੰਦਾ ਮੁੱਕਰ ਗਿਆ ਉਹਨਾਂ ਚੋਂ। ਉਹਨੇ ਕਿਹਾ, ਉਹ ਕਹਿੰਦਾ ਮੱਛਰਾਂ ਨੇ ਖਾ ਲੈਣਾ ਉੱਥੇ, ਕਹਿੰਦਾ ਬਹੁਤ ਮਾੜਾ ਜਗ੍ਹਾ ਹੈ ਜਿੱਥੇ ਭੇਜਣ ਲੱਗੇ ਸਾਨੂੰ, ਜਾਇਓ ਨਾ। ਬਾਕੀ ਦੇ ਬੰਦੇ ਮਤਲਬ ਸਹਿਮਤ ਸੀ ਸਰਕਾਰ ਦੇ ਨਾਲ, ਕਿਉਂਕਿ ਉਹਨਾਂ ਨੇ ਕਿਹਾ ਹੋਣਾ ਵੀ ਤੁਹਾਨੂੰ ਪੈਸੇ ਦੇ ਦੇਵਾਂਗੇ, ਤੁਸੀਂ ਜਾ ਕੇ ਇੰਡੀਆ ਐਸ਼ ਕਰੋ। ਆਪਣੇ ਹਿੱਤ ਦੇ ਲਈ ਤੁਹਾਨੂੰ ਵੇਚਣ ਲਈ ਆ ਸਭ ਤਿਆਰ ਆ ਜੀ। ਬਿਲਕੁਲ ਤੁਸੀਂ ਸਹੀ ਕਿਹਾ। ਗੱਲ ਹੁਣ ਆਪਾਂ ਅਗਲੀ ਜਿਹੜੀ ਖਬਰ ਹੈਗੀ ਆ ਉਹਦੇ ਬਾਰੇ ਦੇਖਦੇ ਆ। ਯੂਰਪ ਡਿਪਲੋਮੈਸੀ ਦੇ ਜਿਹੜੇ ਹੈਡ ਹੈਗੇ ਜੋਸਫ ਬੋਰਵੈਲ, ਉਹਨਾਂ ਨੇ ਵਾਈਟ ਹਾਊਸ ਨੂੰ ਇੱਕ ਸਿਗਨਲ ਦੇ ਦਿੱਤਾ, ਤੇ ਉਹਨਾਂ ਨੇ ਇਹ ਜਿਹੜਾ ਸਿਗਨਲ ਇਹ ਦਿੱਤਾ ਕਿ ਜਿਹੜੇ ਰਸ਼ੀਆ ਦੇ એનર્ਜੀ ਰਿਸੋਰਸਿਸ ਆ ਨਾ, ਉਹਨਾਂ ਤੋਂ ਬਿਨਾਂ ਗੁਜ਼ਾਰਾ ਹੈ ਨਹੀਂ। ਇਸ ਖਬਰ ਨੂੰ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਦੇਖੋ ਜੀ, ਉਹ ਯੂਰਪ ਦੇ ਵਿੱਚ ਜਿਹੜੇ ਰਹਿੰਦੇ ਨੇ ਉਹਨਾਂ ਨੂੰ ਪਤਾ ਹੈ, ਕਿਉਂਕਿ ਅਮਰੀਕਾ ਵਾਲੇ ਪੁਸ਼ ਕਰਦੇ ਆ। ਅਮਰੀਕਾ ਵਾਲਿਆਂ ਦਾ ਹਿੱਤ ਆ ਨਾ, ਮੇਰੀ ਦੁਕਾਨ ਹੋਵੇ, ਮੈਂ ਜਲੇਬੀਆਂ ਵੇਚਦਾ ਹੋਵਾਂ,
ਤਾਂ ਮੈਂ ਤਾਂ ਇਹੀ ਕਹਣਾ ਮੇਰੀ ਦੁਕਾਨ ਵਾਲੀਆਂ ਖਾਓ ਜੀ। ਤੁਸੀਂ ਚਾਹੋਗੇ ਥੋੜੀ ਕਿ ਹੋਰ ਕੋਈ ਖੁੱਲੇ ਜੇ ਨਾਲੇ ਅਮਰੀਕਾ ਵਾਲਿਆਂ ਦਾ ਇੰਟਰਸਟ ਇਹ ਆ ਕਿ ਜੇ ਐਨਰਜੀ ਸੋਰਸਸ ਆਇਲ ਐਂਡ ਗੈਸ ਸਿੰਪਲੀ ਜੇ ਉਹ ਰਸ਼ੀਆ ਵਾਲਿਆਂ ਦਾ ਬੰਦ ਕਰਨਗੇ ਸਾਡਾ ਖਰੀਦਣਗੇ ਜਿਹੜਾ ਮਹਿੰਗਾ ਵੇਚਦੇ ਆ ਜੀ, ਨਾਲੇ ਡਿਪੈਂਡੈਂਸ ਵਧੂਗੀ। ਇਹ ਇਕੱਲਾ ਇੱਕ ਖਰੀਦਣ ਵਾਲੀ ਗੱਲ ਹੀ ਨਹੀਂ ਹੁੰਦੀ। ਜੇ ਤੁਸੀਂ ਕਿਸੇ ਬੰਦੇ ਨੂੰ ਰੋਟੀ ਦੇ ਰਹੇ ਨਾ 2 ਦਿਨ ਉਹਨੂੰ ਰੋਟੀ ਬੰਦ ਕਰ ਦਿਓ ਭੁੱਖਾ ਮਰ ਜਾਊਗਾ। ਫਿਰ ਉਹ ਤੋਂ ਜੋ ਮਰਜ਼ੀ ਮੰਗਾ ਲਓ ਤੁਸੀਂ ਉਹ ਬੰਦਾ ਮੰਨਣ ਲਈ ਤਿਆਰ ਹੋਊਗਾ। ਜਿਹੜਾ ਭੁੱਖਾ ਮਰਿਆ ਉਹ ਮੰਨਣ ਲਈ ਤਿਆਰ ਹੋਣਾ ਜਦੋਂ ਜ਼ਿੰਦਗੀ ਮੌਤ ਦਾ ਸਵਾਲ ਹੋ ਜੇ। ਫਿਰ ਇਸੇ ਤਰ੍ਹਾਂ ਜਿਹੜਾ ਵੈਸਟਰਨ ਯੂਰਪ ਹੈ ਇਸ ਵੇਲੇ ਉਹ ਡਿਪੈਂਡੈਂਟ ਹੈ ਐਨਰਜੀ ਦੇ ਸੋਰਸਸ ਤੇ। ਉਹਨਾਂ ਦੇ ਕੋਲ ਆਪਣੀ ਐਨਰਜੀ ਹੈ ਨਹੀਂ ਔਰ ਉਹਨਾਂ ਨੂੰ ਲੋੜ ਹੈ ਕਿਉਂਕਿ ਉਹ ਖਾਸ ਤੌਰ ਤੇ ਨਾਰਦਰਨ ਪਾਰਟਸ ਦੇ ਵਿੱਚ ਬਹੁਤ ਠੰਡ ਪੈਂਦੀ ਹੈ ਤੇ ਉਹਨਾਂ ਨੂੰ ਉਹੀ ਗੈਸ ਤਾਂ ਉਹੀ ਜਿਹੜੀ ਆਇਲ ਰਸ਼ੀਆ ਤੋਂ ਇੱਕ ਤਾਂ ਸਸਤੇ ਮਿਲਦੇ ਆ, ਦੂਸਰਾ ਉਹਨਾਂ ਦੇ ਗੁਆਂਢ ਦੇ ਵਿੱਚ ਹੈ ਖਾਸ ਤੌਰ ਤੇ ਪਾਈਪਲਾਈਨ ਦੇ ਵਿੱਚ ਆ ਸਕਦੇ। ਸੋ ਇਸ ਕਰਕੇ ਉਹਨਾਂ ਨੇ ਯੂਰਪੀਅਨ ਨੇ ਹੁਣ ਉਹਨਾਂ ਨੇ ਹੈੱਡ ਨੇ ਇਹੀ ਗੱਲ ਕੀਤੀ ਹੈ ਕਿ ਤੁਸੀਂ ਸਾਨੂੰ ਇੰਨਾ ਨਾ ਪੁਸ਼ ਕਰੀ ਚੱਲੋ। ਜਿੱਦਾਂ ਇੱਕ ਪਿਊਟਨ ਦੀ ਐਕਚੁਅਲੀ ਕਿਤਾਬ ਹੈ, ਵੈਸੇ ਉਹਨਾਂ ਨੇ ਆਪਣੀ ਆਟੋਬਾਇਓਗ੍ਰਾਫੀ ਲਿਖੀ ਹੈ ਨਾ, ਜਿੱਦਾਂ ਅਸੀਂ ਉਹਨੂੰ ਕੀ ਕਹਿੰਦੇ ਹੁੰਦੇ ਹਾਂ ਆਪਣੀ ਜ਼ਿੰਦਗੀ ਬਾਰੇ ਲਿਖਣਾ ਕਿਸੇ ਸਵੈ ਜੀਵਨੀ। ਉਹ ਕਹਿੰਦੇ ਕਿ ਜਦੋਂ ਵਰਲਡ ਵਾਰ 2 ਤੋਂ ਬਾਅਦ ਉਹਨਾਂ ਦਾ ਲੈਨਿਨਗ੍ਰਾਡ ਦੇ ਵਿੱਚ ਘਰ ਹੁੰਦਾ ਸੀ, ਅਪਾਰਟਮੈਂਟ 'ਚ ਕਹਿੰਦੇ ਰਹਿੰਦੇ ਹੁੰਦੇ ਸੀ। ਤਾਂ ਉੱਥੇ ਇਹਨਾਂ ਨੇ ਬੰਬਾਰੀ ਬਹੁਤ ਕੀਤੀ ਸੀ। ਢਹਿ ਢੇਰੀ ਹੋਇਆ ਪਿਆ ਸੀ। ਬਹੁਤ ਲੰਬਾ ਸਮਾਂ ਨਾਜ਼ੀ ਜਰਮਨੀ ਨੇ ਉਸ ਸ਼ਹਿਰ ਦੀ ਘੇਰਾਬੰਦੀ ਕਰੀ ਰੱਖੀ ਤੇ ਉਹ ਕਹਿੰਦੇ ਜਿਹੜੇ ਅਪਾਰਟਮੈਂਟ 'ਚ ਅਸੀਂ ਰਹਿੰਦੇ ਹੁੰਦੇ ਸੀ ਉੱਥੇ ਚੂਹੇ ਹੁੰਦੇ ਸੀ, ਰੈਟਸ ਜਿਹੜੇ ਹੁੰਦੇ। ਉਹ ਕਹਿੰਦੇ ਅਸੀਂ ਉਦੋਂ ਬੱਚੇ ਹੁੰਦੇ ਸੀ ਤੇ ਇੱਕ ਚੂਹਾ ਵੱਡਾ ਉਹ ਕਹਿੰਦਾ ਮੈਂ ਆਪਣੀ ਸੋਟੀ ਲੈ ਕੇ ਉਹਦੇ ਪਿੱਛੇ ਨੱਠਾ ਤੇ ਉਹ ਮੇਰੇ ਚੂਹਾ ਮੋਹਰੇ ਨੱਠਾ। ਫਿਰ ਉਹ ਕਹਿੰਦੇ ਕੋਰੀਡੋਰ ਦੇ ਐਂਡ ਤੇ ਚੱਲ ਗਿਆ ਜਿੱਥੇ ਉਹ ਫਸ ਗਿਆ ਚੂਹਾ। ਕਹਿੰਦੇ ਉਹ ਫਿਰ ਇੱਕਦਮ ਖੜਾ ਹੋ ਗਿਆ ਜਿੱਦਾਂ ਕੰਧ ਦੇ ਨਾਲ ਲਾ ਕੇ ਨਾ, ਤਾਂ ਉਹ ਕਹਿੰਦੇ ਮੇਰੇ ਵੱਲੋਂ ਦੌੜਿਆ। ਫਿਰ ਕਹਿੰਦੇ ਮੈਂ ਮੋਹਰੇ ਤਾਂ ਚੂਹਾ ਮੇਰੇ ਪਿੱਛੇ। ਇਹ ਗੱਲ ਹੈ ਜਦੋਂ ਕਿਸੇ ਨੂੰ ਤੁਸੀਂ ਕੰਧ ਨਾਲ ਲਾ ਦਿੰਦੇ ਹੋ ਨਾ ਉਹ ਫਿਰ ਰਿਐਕਟ ਕਰਦਾ। ਆਪਣੇ ਕਹਿੰਦੇ ਹੁੰਦੇ ਆ ਐਵਰੀ ਐਕਸ਼ਨ ਪ੍ਰੋਡਿਊਸਸ ਇਕੁਅਲ ਐਂਡ ਆਪੋਜ਼ਿਟ ਰਿਐਕਸ਼ਨ। ਤੁਸੀਂ ਹੁਣੇ ਹੀ ਸੋਚਦੇ ਆ ਕਿ ਇਹਦੇ ਖਿਲਾਫ ਅਸੀਂ ਆਹ ਗੱਲ ਕਰ ਦਿੱਤੀ, ਪਰ ਜਿਹੜੀ ਫਿਜ਼ਿਕਸ ਇਹ ਸਿਖਾਉਂਦੀ ਹੈ ਕਿ ਜੇ ਜਿੰਨੀ ਜ਼ੋਰ ਨਾਲ ਤੁਸੀਂ ਗੇਂਦ ਕੰਧ 'ਚ ਮਾਰੋਗੇ ਉਨੀ ਜ਼ੋਰ ਨਾਲ ਉਹ ਵਾਪਸ ਆਉਂਦੀ ਹੈ। ਜੀ ਬਿਲਕੁਲ, ਹਰ ਇੱਕ ਐਕਸ਼ਨ ਦਾ ਰਿਐਕਸ਼ਨ ਪੂਰਾ ਹੁੰਦਾ ਨਾ ਜੀ। ਹੁਣ ਇਹਨਾਂ ਨੇ ਯੂਰਪੀਅਨ ਯੂਨੀਅਨ ਦੇ ਸਾਰੇ ਮੈਂਬਰਸ ਨੂੰ ਧੱਕਾ ਦੇ ਰਹੇ ਆ ਅਮਰੀਕਾ ਵਾਲੇ ਵੈਸੇ ਕਿ ਤੁਸੀਂ ਆਹ ਕੰਮ ਕਰੋ। ਉਹਨਾਂ ਦੇ ਹੁਣ ਹਰ ਇੱਕ ਚੀਜ਼ ਮਹਿੰਗੀ ਹੋ ਰਹੀ ਆ। ਇੱਕ ਤਾਂ ਵੈਸੇ ਹੀ ਹੋ ਰਹੀ ਸੀ ਮਹਿੰਗੀ ਕਿਉਂਕਿ ਪੈਂਡੈਮਿਕ ਦਾ ਐਂਡ ਹੋ ਗਿਆ ਤੇ ਕੀਮਤਾਂ ਵਧਣੀਆਂ ਸ਼ੁਰੂ ਹੋ ਗਈਆਂ। ਹੁਣ ਦੂਸਰਾ ਔਨ ਟਾਪ ਲੜਾਈ ਦਾ ਕਰਕੇ ਵੱਧ ਗਈ। ਤੁਸੀਂ ਉਹਨਾਂ ਦੇ ਵਿੱਚ ਸਮਝੌਤਾ ਕਰਾਉਣ ਦੇ ਬਜਾਏ ਜਸਟਨ ਟਰੂਡੋ ਨੂੰ ਜਾ ਕੇ ਤੇਲ ਪਾ ਕੇ ਆਏ। ਤੇਲ ਪਾਇਆ ਪਰ ਕੋਈ ਸਮਝੌਤੇ ਦੀ ਗੱਲ ਨਹੀਂ ਕੀਤੀ। ਨਹੀਂ, ਇਹ ਮਿੱਟੀ ਦਾ ਤੇਲ ਲੈ ਕੇ ਗਏ ਇੱਥੋਂ, ਉਹ ਪੀਪੀ ਭਰ ਕੇ ਡੋਲ ਕੇ ਆਏ ਉੱਥੇ। ਇਹਨਾਂ ਦੇ ਤਾਂ ਐਨਰਜੀ ਸੋਰਸਸ ਹੈ ਨਾ, ਕੈਨੇਡਾ ਦੇ ਕੋਲ ਵੀ ਹੈ ਤੇ US ਦੇ ਕੋਲ ਵੀ ਹੈ। ਇਹਨਾਂ ਨੇ ਉਹ ਵੇਚਣੇ ਆ। ਉਹ ਵੇਚਣ ਕਰਕੇ ਇਹ ਚਾਹੁੰਦੇ ਕੋਈ ਲੜਾਈ ਹੋਵੇ। ਨਾ ਕੈਨੇਡਾ ਚਾਹੁੰਦਾ ਨਾ ਅਮਰੀਕਾ ਵਾਲੇ ਚਾਹੁੰਦੇ ਆ ਕਿ ਯੂਕਰੇਨ ਤੇ ਰਸ਼ੀਆ ਦੀ ਲੜਾਈ ਬੰਦ ਹੋਵੇ। ਯੂਰਪੀਅਨ ਮੁਲਕਾਂ ਦਾ ਕੋਈ ਹੋਰ ਰਵੱਈਆ ਆ ਕਿਉਂਕਿ ਉਹਨਾਂ ਨੂੰ ਦਿਸਦਾ ਕਿ ਅਸੀਂ ਤਾਂ ਇਹਨਾਂ ਗੱਲਾਂ ਤੇ ਡਿਪੈਂਡੈਂਟ ਹੈ ਐਨਰਜੀ ਸੋਰਸਸ ਤੇ ਖਾਸ ਤੌਰ ਤੇ। ਔਰ ਇਸ ਲੜਾਈ ਦੇ ਵਿੱਚ ਜੇ ਕੀਮਤ ਤਾਂ ਨੂੰ ਚੜ੍ਹਦੀ ਆ ਤੇ ਇਹਨਾਂ ਐਨਰਜੀ ਸੋਰਸਸ ਦੀ ਚੜ੍ਹਦੀ ਆ। ਜਦੋਂ ਐਨਰਜੀ ਦੇ ਸੋਰਸਸ ਦੀ ਕੀਮਤ ਚੜ੍ਹਨੀ ਹੈ ਤਾਂ ਉਹਦੇ ਨਾਲ ਸਾਰੀਆਂ ਚੀਜ਼ਾਂ ਮਹਿੰਗੀਆਂ ਹੋ ਜਾਣੀਆਂ। ਤੁਸੀਂ ਜਾ ਕੇ ਦੇਖ ਲਓ ਗਰੋਸਰੀ ਸਟੋਰਾਂ 'ਚ, ਇਹ ਵੀ ਤਾਂ ਐਨਰਜੀ ਦੀ ਗੱਲ ਹੀ ਹੈ। ਜਿਹੜੀ ਚੀਜ਼ ਕੱਲ ਤੁਹਾਨੂੰ $4 ਦੀ ਮਿਲਦੀ ਸੀ ਅੱਜ $5 ਦੀ ਮਿਲਦੀ ਹੈ ਜੀ। ਲੋਕੀ ਤਰਾ ਰੌਲਾ ਪਾਉਣ ਕਿਸੇ ਅਮੀਰ ਦੇਸ਼ ਦੇ ਇੱਥੇ ਬੈਠੇ ਲੋਕੀ ਰੌਲਾ ਪਾਉਂਦੇ ਆ ਕਿ ਅਸੀਂ ਗਰੋਸਰੀ ਨਹੀਂ ਖਰੀਦ ਸਕਦੇ। ਕੈਨ ਯੂ ਇਮੇਜਿਨ ਵੀ ਲੋਕਾਂ ਨੂੰ ਖਾਣ ਲਈ ਜਿਹੜੇ ਲੋਕ ਅਮੀਰ ਆਪਣੇ ਆਪ ਨੂੰ ਸਮਝਦੇ ਆ ਕਿ ਸਾਡੇ ਤੋਂ ਖਾਣਾ ਅਫੋਰਡ ਨਹੀਂ ਹੁੰਦਾ।
ਸੋ ਹੁਣ ਚੂਹਾ ਜਿਹੜਾ ਪਿੱਛੇ ਨੱਠਾ ਜਾਂਦਾ ਤੇ ਯੂਰਪੀਅਨ ਜਿਹੜੀ ਯੂਨੀਅਨ ਦੇ ਮੁਖੀ ਨੂੰ ਕੁਝ ਸਟੇਟਮੈਂਟ ਦੇਣੀ ਪਈ ਹੈ। ਜੀ ਬਿਲਕੁਲ, ਉਹਨਾਂ ਨੇ ਸਟੇਟਮੈਂਟ ਤਾਂ ਦੇ ਦਿੱਤੀ, ਉਹਨਾਂ ਨੇ ਆਪਣੇ ਵੱਲੋਂ ਤਾਂ ਸਿਗਨਲ ਦੇ ਦਿੱਤਾ। ਹੁਣ ਦੇਖੋ ਆਉਣ ਵਾਲੇ ਸਮੇਂ ਦੇ ਵਿੱਚ ਕੀ ਹੁੰਦਾ। 8:55 ਹੋ ਚੁੱਕਿਆ ਸਟੂਡੀਓ ਦੀ ਘੜੀ ਤੇ ਸਮਾਂ ਹੋ ਚੁੱਕਿਆ ਜੀ ਅੱਜ ਦੇ ਵਿਚਾਰ ਦਾ। ਡਾਕਟਰ ਸਾਹਿਬ ਅੱਜ ਦਾ ਵਿਚਾਰ ਦੱਸੋ ਕੀ ਹੈ? ਅੱਜ ਦਾ ਵਿਚਾਰ ਵੀ ਬੜਾ ਢੁਕਵਾਂ ਆ। ਕਹਿੰਦੇ ਹੁੰਦੇ ਇਤਿਹਾਸ ਨੂੰ ਭੁਲਾਇਆ ਨਹੀਂ ਜਾ ਸਕਦਾ, ਸਿੱਖਿਆ ਜਾ ਸਕਦਾ ਕੁਝ ਜੀ। ਇਹ ਅਫਰੀਕਾ ਦੀ ਕਹਾਵਤ ਹੈ ਇਤਿਹਾਸ ਬਾਰੇ। ਉਹ ਕਹਿੰਦੇ ਜਿਸ ਬੰਦੇ ਨੂੰ ਇਹ ਨਹੀਂ ਪਤਾ ਹੁੰਦਾ ਉਹ ਆਇਆ ਕਿੱਥੋਂ ਆ, ਉਹਨੂੰ ਇਹ ਵੀ ਨਹੀਂ ਪਤਾ ਹੁੰਦਾ ਉਹਨੇ ਜਾਣਾ ਕਿੱਥੇ। ਜੀ ਬਿਲਕੁਲ ਠੀਕ। ਤੇ ਇਸੇ ਨੋਟ ਤੇ ਅਸੀਂ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਤੁਹਾਡੇ ਸਭ ਦੇ ਨਾਲ ਸਾਡੀ ਮੁਲਾਕਾਤ ਹੋਊਗੀ ਜੀ ਕੱਲ ਨੂੰ ਠੀਕ 7 ਵਜੇ। ਯਾਦ ਦੇ ਨਾਲ ਤੁਸੀਂ ਟਿਊਨ ਇਨ ਜ਼ਰੂਰ ਕਰ ਲੈਣਾ 11:10 AM ਨੂੰ। ਪ੍ਰੋਗਰਾਮ ਦੇ ਵਿੱਚ ਸਾਥ ਦੇਣ ਲਈ ਬਹੁਤ ਬਹੁਤ ਸ਼ੁਕਰੀਆ।